ਕਾਂਛੀ ਟੀਵੀ ਦਿਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੈ ਗੁਰਦੇਵ, ਜੈ ਭੀਮ, ਨਮੋ ਬੁਦਾਏ। ਇਹ ਦਿਨ, ਇਹ ਮਹੀਨੇ ਦਲਿਤ ਸਮਾਜ ਦੇ ਲਈ ਬੜੇ ਇਤਿਹਾਸਕ ਨੇ। ਮਹਾਨ ਰਹਿਬਰਾਂ ਦੇ ਇਸ ਮਹੀਨਿਆਂ ਦੇ ਵਿੱਚ ਪ੍ਰੀ ਨਿਰਵਾਣ ਹੋਏ ਨੇ। ਜਿਵੇਂ ਦਸੰਬਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਉਸ ਤੋਂ ਪਹਿਲਾਂ 11ਵਾਂ ਮਹੀਨਾ ਰਾਸ਼ਟਰਪਿਤਾ ਜੋਤੀ ਰਾਓ ਫੂਲੇ, ਤੇ ਇਸ ਤੋਂ ਪਹਿਲਾਂ ਜਿਹੜਾ ਮਹੀਨਾ ਲੰਘ ਕੇ ਗਿਆ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦਾ ਵੀ ਪ੍ਰੀ ਨਿਰਵਾਣ ਦਿਵਸ ਲੰਘ ਕੇ ਗਿਆ। ਉਹਨਾਂ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਜੀਵਨ ਨੂੰ ਫਰੋਲਾਂਗੇ, ਇਤਿਹਾਸ ਦੇ ਪੰਨਿਆਂ ਨੂੰ ਫਰੋਲਾਂਗੇ। ਭਾਵੇਂ ਕਿ ਅੱਜ ਵੀ ਸਾਡਾ ਸਮਾਜ ਉਹਨਾਂ ਰੋਹ ਰੀਤਾਂ ਨੂੰ ਮੰਨਣ ਲਈ ਮਜਬੂਰ ਹੈ, ਜਾਂ ਮੰਨਦਾ ਪਿਆ ਜਾਂ ਫਸਿਆ ਹੋਇਆ, ਜਿਸ ਰੋਹ ਰੀਤਾਂ ਦੇ ਵਾਸਤੇ ਸਾਡੇ ਰਹਿਬਰਾਂ ਨੇ ਤੇ ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ ਸੀ। ਉਸ ਆਪਣੇ ਕਾਲ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਵਿਰੋਧ ਕੀਤਾ ਸੀ। ਭਾਵੇਂ ਕਿ ਦੁਸ਼ਹਿਰਾ ਲੰਘ ਕੇ ਗਿਆ, ਦੀਵਾਲੀ ਲੰਘ ਕੇ ਗਈ ਹੈ, ਤੇ ਸ਼ਰਾਧ ਲੰਘ ਕੇ ਗਏ ਨੇ, ਨਰਾਤੇ ਲੰਘ ਕੇ ਗਏ ਨੇ, ਪਰ ਅਗਰ ਤੁਸੀਂ ਸ਼ਰਾਧ ਖਿਲਾਣੇ ਹੀ ਨੇ, ਸ਼ਰਾਧਾਂ ਦੇ ਰੀਤੀ ਰਿਵਾਜਾਂ ਤੋਂ ਨਹੀਂ ਹਟ ਸਕਦੇ, ਘੱਟੋ ਘੱਟ ਆਪਣੇ ਪੁਰਖਿਆਂ ਨੂੰ ਯਾਦ ਕਰਕੇ, ਇਕੱਠੇ ਬੈਠ ਕੇ ਉਹਨਾਂ ਦੀ ਚਰਚਾ ਕਰਕੇ, ਉਹਨਾਂ ਤੋਂ ਸੇਧ ਲੈ ਕੇ ਇਕੱਠੇ ਖਾ ਲਓ, ਕੋਈ ਮੁਸ਼ਕਲ ਨਹੀਂ। ਪਰ ਜੇ ਅਸੀਂ ਸਾਡੇ ਸਮਾਜ ਦੇ ਵਿਰੋਧੀ ਸਿਸਟਮ ਦੇ ਕਹੇ ਲੱਗ ਕੇ ਤੁਸੀਂ ਇਹ ਸਾਰਾ ਕੁਝ ਕਰਦੇ ਆ, ਤਾਂ ਉਹ ਠੀਕ ਕਿਤੇ ਕਿਤੇ ਨਹੀਂ ਲੱਗਦਾ। ਸਾਡੇ ਮਹਾਨ ਪੁਰਖਿਆਂ ਦੇ ਦੇਹਾਂਤ ਹੋਏ ਆ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਮਹੀਨਿਆਂ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ। ਤੇ ਯਾਦ ਕਰਦੇ ਹਾਂ ਅਸੀਂ ਕਿਸੇ ਦੇ ਕਹੇ ਕਹਾਏ, ਸਾਡੇ ਸਮਾਜ ਦੇ ਦੁਸ਼ਮਣ ਉਹਨਾਂ ਵੇਦ ਗ੍ਰੰਥਾਂ ਦੇ, ਵੇਦਾਂ ਦੇ ਕਹੇ ਲੱਗ ਕੇ ਅਸੀਂ ਕਰਦੇ ਹਾਂ ਅੱਜ ਵੀ। ਪਰ ਸਾਨੂੰ ਅੱਜ ਸਮਝਣ ਦੀ ਲੋੜ ਹੈ। ਸਾਡੇ ਮਹਾਨ ਪੁਰਖਾਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਰਹਿਬਰਾਂ ਨੇ ਸਾਨੂੰ ਗਿਆਨ ਦੇਣ ਦੇ ਲਈ ਪੂਰਾ ਜੀਵਨ ਲਾਤਾ, ਸਾਨੂੰ ਹੱਕ ਹਕੂਕ ਦੇਣ ਦੇ ਲਈ ਪੂਰਾ ਜੀਵਨ ਲਾਇਆ। ਤੇ ਕੁਝ ਇੱਦਾਂ ਦੀ ਚਰਚਾ ਕਰਾਂਗੇ। ਅੱਜ ਮੇਰੇ ਨਾਲ ਨੇ ਬਹੁਜਨ ਸਮਾਜ ਦੇ ਮਹਾਨ ਚਿੰਤਕ, ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬੇ ਦੇ ਸਕੱਤਰ ਤੇ ਫਗਵਾੜੇ ਤੋਂ MC ਰਮੇਸ਼ ਕੌਲ ਜੀ। ਆਓ ਆਪਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਕਾਂਛੀ ਟੀਵੀ ਦੇ ਸਟੂਡੀਓ ਦੇ ਵਿੱਚ। ਕੌਲ ਸਾਹਿਬ, ਜੈ ਭੀਮ, ਜੈ ਗੁਰਦੇਵ, ਨਮੋ ਬੁਦਾਏ। ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਜੈ ਸਾਹਿਬ ਕਾਂਛੀ ਰਾਮ ਜੀ, ਜੈ ਸੰਵਿਧਾਨ। ਮੈਂ ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਅੱਜ ਸਾਡੀ ਇਸ ਗੰਭੀਰ ਚਰਚਾ, ਜਿਹੜੀ ਜਿੰਨੀ ਕੁ ਸਾਨੂੰ ਸਦਬੁੱਧੀ ਮਹਾਂਪੁਰਸ਼ਾਂ ਦੁਆਰਾ ਮਿਲੀ ਹੈ, ਉਹਦੇ ਦੁਆਰਾ ਅਸੀਂ ਮਹਾਂਪੁਰਸ਼ਾਂ ਦੇ ਵਿਚਾਰਾਂ 'ਤੇ ਚਰਚਾ ਕਰਾਂਗੇ। ਅਤੇ ਮੈਂ ਕਾਂਛੀ ਟੀਵੀ ਦੀ ਟੀਮ ਜਿਹੜੀ ਹੈ, ਅੱਜ ਅਸੀਂ ਉੱਥੇ ਸਟੂਡੀਓ 'ਚ ਬਹਿ ਕੇ ਚਰਚਾ ਕਰਨ ਲੱਗੇ ਹਾਂ। ਨਿਰਮਲ ਗੁੜਾ ਸਾਹਿਬ ਮੇਰੇ ਨਾਲ ਬੈਠੇ ਆ। ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਅਤੇ ਸਭ ਦਾ ਸਵਾਗਤ ਹੈ ਜੀ। ਇਸ ਚਰਚਾ ਨੂੰ ਦੇਖ ਰਹੇ ਦਰਸ਼ਕਾਂ ਦਾ, ਦੇਸ਼ ਅਤੇ ਵਿਦੇਸ਼ ਵਿੱਚ ਬੈਠੀ ਸਾਰੀ ਜਿਹੜੀ ਜਨਤਾ ਆ, ਉਹਨਾਂ ਦਾ ਸਾਰਿਆਂ ਦਾ ਸਵਾਗਤ ਹੈ। ਧੰਨਵਾਦ ਜੀ। ਕੌਲ ਸਾਹਿਬ, ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸਾਡੇ ਮਹਾਨ ਪੁਰਸ਼ਾਂ ਨੇ ਸਾਡੇ ਵਾਸਤੇ ਸੰਘਰਸ਼ ਨਾ ਕੀਤਾ ਹੋਵੇ। ਜਦੋਂ ਉਹਨਾਂ ਦੀ ਜੀਵਨ ਡਾਇਰੀ ਚੁੱਕਦੇ ਹਾਂ ਸਾਰੇ ਮਹਾਨ ਰਹਿਬਰਾਂ ਦੀ, ਤਾਂ ਇੱਕ ਇੱਕ ਦਿਨ, ਇੱਕ ਇੱਕ ਮਿੰਟ ਸਾਡੇ ਵਾਸਤੇ, ਸਮਾਜ ਦੇ ਵਾਸਤੇ, ਸਮਾਜ ਦੀ ਬਿਹਤਰੀ ਦੇ ਵਾਸਤੇ, ਸਮਾਜ ਨੂੰ ਅਗਿਆਨਤਾ ਤੋਂ ਬਾਹਰ ਕੱਢਣ ਦੇ ਲਈ, ਸਮਾਜ ਨੂੰ ਗਿਆਨ ਦੇਣ ਲਈ, ਸਮਾਜ ਨੂੰ ਹੱਕ ਹਕੂਕ ਦੇਣ ਲਈ ਉਹਨਾਂ ਨੇ ਇੱਕ ਇੱਕ ਦਿਨ ਆਪਣੇ ਜੀਵਨ ਦਾ, ਇੱਕ ਇੱਕ ਮਿੰਟ, ਇੱਕ ਇੱਕ ਸਕਿੰਟ ਜੀਵਨ ਦਾ ਉਹਨਾਂ ਨੇ ਸਮਾਜ ਦੇ ਲਈ ਕੁਰਬਾਨ ਕੀਤਾ ਹੈ। ਪਰ ਅੱਜ ਵੀ ਸਮਾਜ ਬੀਤੇ ਸਮੇਂ ਸ਼ਰਾਧ ਲੰਘ ਕੇ ਗਏ ਨੇ। ਕਿਵੇਂ ਉਹ ਢਿੱਡਲ ਡੋਲੂ ਟੰਗੇ ਹੁੰਦੇ ਸੀ ਸਾਈਕਲਾਂ ਤੇ, ਮੋਟਰਸਾਈਕਲਾਂ ਦੇ ਨਾਲ, ਖੀਰ ਜਿੰਨੀ ਕੁ ਖਾ ਹੁੰਦੀ ਸੀ ਖਾ ਕੇ ਬਾਕੂ ਡੋਲੂ ਟੰਗ ਕੇ ਉਹ ਜਾਂਦੇ ਦਿਖਾਈ ਦਿੰਦੇ ਸੀਗੇ। ਉਹ ਪੁਜਾਰੀ ਕਿਸਮ ਦੇ ਲੋਕ, ਉਹ ਕੋਈ ਵੀ ਹੋ ਸਕਦਾ। ਪਰ ਸਮਾਜ ਅੱਜ ਵੀ, ਬਹੁਤਾ ਸਮਾਜ ਆਪਣੇ ਇਹ ਸੋਚ ਕੇ ਪਿੱਤਰਾਂ ਦੇ ਨਾਮ 'ਤੇ ਉਹ ਲੰਗਰ ਲਗਾਉਂਦੇ ਨੇ, ਖੀਰਾਂ ਖਿਲਾਉਂਦੇ ਨੇ, ਉਹ ਜਦ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਬਜ਼ੁਰਗ ਜਾਂ ਸਾਡੇ ਘਰੋਂ ਜਿਹੜੇ ਵਿਛੜੇ, ਸਾਡੇ ਤੋਂ ਮਰ ਚੁੱਕੇ ਲੋਕ ਨੇ, ਉਹ ਕਿਸ ਜੂਨ 'ਚ ਗਏ ਆ, ਕਿੱਦਾਂ ਹੈ। ਉਹ ਅੱਜ ਵੀ ਸਮਾਜ ਉਹਨਾਂ ਤਾਣੇ ਬਾਣੇ ਦੇ ਵਿੱਚ ਫਸਿਆ ਹੋਇਆ।
ਦੂਜੇ ਪਾਸੇ ਜੇ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਆ ਤਾਂ ਹਰ ਰੋਜ਼ ਦੇ ਵਾਸਤੇ ਸਾਡੇ ਤੇ ਕੁਰਬਾਨੀ ਹੈ ਸਾਡੇ ਰਹਿਬਰ ਸਾਹਿਬਾਨਾਂ ਦੀ। ਅਗਲਾ ਮਹੀਨਾ ਨਵੰਬਰ ਮਹੀਨਾ ਆ ਰਿਹਾ, 28 ਨਵੰਬਰ ਨੂੰ ਮਹਾਤਮਾ ਜੋਤੀ ਰਾਓ ਫੂਲੇ ਉਹਨਾਂ ਦੀ ਜਿਹੜਾ ਉਹਨਾਂ ਦਾ ਡੈਥ ਡੇਟ ਹੈਗੀ ਆ, ਪਰਿਨਿਰਵਾਣ ਦਿਵਸ ਉਹਨਾਂ ਦਾ ਹੈਗਾ। ਉਹਨਾਂ ਨੇ ਪੂਰਾ ਜੀਵਨ ਲਤਾੜੇ ਸਮਾਜ, ਪਿੱਛੇ ਰਹਿ ਚੁੱਕੇ ਸਮਾਜ, ਅਗਿਆਨੀ ਸਮਾਜ, ਦਲਿਤ ਸਮਾਜ ਦੇ ਵਾਸਤੇ ਲਾ ਦਿੱਤਾ, ਖਾਸ ਕਰਕੇ ਔਰਤ ਜਾਤੀ ਦੇ ਵਾਸਤੇ। ਅੱਜ ਰਾਸ਼ਟਰਪਿਤਾ ਜੋਤੀ ਰਾਓ ਫੂਲੇ ਨੂੰ ਯਾਦ ਕਰਦਿਆਂ ਤੁਸੀਂ ਕੀ ਕਹਿਣਾ ਚਾਹੋਗੇ? ਬੁੜਾ ਸਾਹਿਬ, ਭਾਰਤ ਦੇਸ਼ ਜਿਹਦਾ ਖੇਤਰਫਲ ਪ੍ਰਾਚੀਨ ਭਾਰਤ ਨੂੰ ਜਦੋਂ ਦੇਖਦੇ ਹਾਂ ਜੀ ਤੇ ਬਹੁਤ ਵੱਡਾ ਇਹਦਾ ਖੇਤਰਫਲ ਸੀ। ਜੀ ਜਦੋਂ ਇਹਦੇ ਖੇਤਰਫਲ ਨੂੰ ਦੇਖਦੇ ਹਾਂ ਅੱਜ ਦੇ ਦੌਰ ਵਿੱਚ, ਤਾਂ ਜਿੱਦਾਂ ਪੰਜਾਬ ਜਿਹੜਾ ਸੀ, ਇਹਨੂੰ ਪੰਜਾਬ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਤੇ ਅੱਜ 2 ਦਰਿਆਵਾਂ ਦੇ ਵਿੱਚ ਹੀ ਪੰਜਾਬ ਆਪਾਂ ਕਹੀ ਜਾਂਦੇ ਹਾਂ। ਤੇ ਇਹ ਟਰਨ ਬਾਈ ਟਰਨ ਜਿਹੜਾ ਇਹ ਖਤਮ ਹੁੰਦਾ ਗਿਆ। ਇਸੇ ਤਰ੍ਹਾਂ ਭਾਰਤ ਆ, ਇਹ ਵੀ ਖਤਮ ਹੁੰਦਾ ਗਿਆ। ਤੋ ਇਸ ਕਰਕੇ ਅੱਜ ਜਿਹੜਾ ਆ ਭਾਰਤ ਦੇ ਵਿੱਚ ਜਦੋਂ ਤੁਸੀਂ ਦੂਸਰੇ ਮੁਲਕਾਂ ਦੇ ਨਾਲ ਤੁਲਨਾ ਕਰਦੇ ਆ ਤਾਂ ਇੱਥੇ ਕਿਸੇ ਗੱਲ ਦੀ ਕਮੀ ਨਹੀਂ ਹੈ। ਖੂਬਸੂਰਤ ਸਥਾਨਾਂ ਦੀ ਕਮੀ ਨਹੀਂ ਹੈ, ਖੂਬਸੂਰਤ ਦਰਿਆਵਾਂ ਦੀ, ਨਦੀਆਂ ਦੀ ਕਮੀ ਨਹੀਂ ਹੈ ਜੀ। ਇੱਥੇ ਲੋਕ ਅੱਜ ਵੀ ਜਿਹੜਾ ਆ ਕਸ਼ਮੀਰ ਵਰਗੀਆਂ ਘਾਟੀਆਂ ਨੂੰ ਦੇਖਣ ਆਉਂਦੇ, ਹਿਮਾਲਿਆ ਪਰਬਤ ਦੇਖਣ ਆਉਂਦੇ ਆ। ਔਰ ਜੇ ਘਾਟ ਆ ਤਾਂ ਇਹ ਜਿਹੜਾ ਸਾਨੂੰ ਗਿਆਨ ਦੇ ਧੰਮ ਦੇ ਜ਼ਰੀਏ ਸਾਡੇ ਪੁਰਖਿਆਂ ਨੇ, ਤਥਾਗਤ ਬੁੱਧਾ ਨੇ ਅੱਜ ਤੋਂ 2600 ਸਾਲ ਪਹਿਲਾਂ ਮਨੁੱਖ ਨੂੰ ਜਿਹੜਾ ਆ ਇਹ ਅਹਿਸਾਸ ਕਰਾਇਆ ਸੀ ਕਿ ਤੂੰ ਜਿਹੜੇ ਭੋਗ ਜੁਨੀਆਂ ਆ, ਜਿਹੜੀਆਂ ਜਾਨਦਾਰ ਚੀਜ਼ਾਂ ਆ, ਉਹਨਾਂ 'ਚੋਂ ਤੂੰ ਸੁਪਰੀਮ ਹੈ। ਤੇ ਸੁਪਰੀਮ ਕਿਉਂ ਆ? ਕਿਉਂਕਿ ਸਾਰੀਆਂ ਜੂਨਾਂ ਜਿਹੜੀਆਂ ਆ, ਚਾਹੇ ਪਸ਼ੂ ਆ, ਪੰਛੀ ਆ, ਜਿਹੜੇ ਹਰ ਜੂਨੀ ਜਿਹੜੀ ਹੈ ਉਹ ਖਾਂਦੀ ਆ, ਜੂਨ ਪੂਰੀ ਕਰਦੀ ਆ ਤੇ ਮਰ ਜਾਂਦੀ ਆ। ਤੇ ਜੇਕਰ ਮਨੁੱਖ ਜਿਹੜਾ ਇਹਦੇ 'ਚ ਕਿਹੜੀ ਇੱਕ ਐਸੀ ਚੀਜ਼ ਆ ਜਿਹੜਾ ਇਹਨੂੰ ਸਾਰੀਆਂ ਜੂਨੀਆਂ ਦੀ ਸੁਪਰੀਮ ਜੂਨੀ ਕਿਹਾ ਜਾਂਦਾ, ਮਾਨਸ ਜਨਮ ਦੁਰਲੱਭ ਕਿਹਾ ਜਾਂਦਾ, ਇਹ ਮਿਲਦਾ ਨਹੀਂ ਬਾਰੰਬਾਰ। ਇਹ ਜਿਹੜਾ ਆ ਇਹ ਇੱਕ ਬਹੁਤ ਵੱਡਾ ਕੁਦਰਤ ਨੇ ਸੌਫਟਵੇਅਰ ਸਾਨੂੰ ਦਿੱਤਾ ਜੀ। ਜਿਹੜਾ ਇਹ ਇੱਕ ਮਨੁੱਖ ਆ, ਇਹਦੇ ਵਿੱਚ ਜਿਹੜਾ ਇਹ ਮਾਨਿਆ, ਇਹ ਸਭ ਤੋਂ ਜ਼ਿਆਦਾ ਸਾਰੀਆਂ ਜੂਨੀਆਂ ਤੋਂ ਸੁਪਰੀਮ, ਸਾਰੀਆਂ ਜੂਨੀਆਂ ਨੂੰ ਚਲਾਉਣ ਵਾਲਾ, ਇੱਥੋਂ ਤੱਕ ਕਿ ਸ੍ਰਿਸ਼ਟੀ ਨੂੰ ਵੀ ਚਲਾਉਣ ਵਾਲਾ ਜਿਹੜਾ ਇਹ ਮਨੁੱਖ ਹੈ। ਅੱਜ ਜੇ ਟੈਕਨੋਲੋਜੀ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਦੇਖੋ ਇੱਥੇ ਬੈਠੇ ਆਪਾਂ ਵਿਦੇਸ਼ਾਂ ਵਿੱਚ ਹਜ਼ਾਰਾਂ ਮੀਲ ਆਪਣੇ ਪਰਿਵਾਰਾਂ ਨਾਲ, ਆਪਣੇ ਯਾਰਾਂ ਦੋਸਤਾਂ ਨਾਲ, ਆਪਣੇ ਨਜ਼ਦੀਕੀਆਂ ਨਾਲ, ਆਪਣੇ ਵਿਚਾਰਧਾਰਕਾਂ ਨਾਲ ਜੁੜੇ ਹੋਏ ਲੋਕਾਂ ਨਾਲ ਆਪਾਂ ਕੋਲ ਬਹਿ ਕੇ ਗੱਲ ਕਰਦੇ ਹਾਂ। ਕਦੀ ਇਹਦਾ ਸੁਪਨਾ ਸੀ। ਬਿਲਕੁਲ। ਤੋ ਇਸ ਕਰਕੇ ਜਿਹੜੇ ਹੈ ਜਿਨ੍ਹਾਂ ਦੇ ਅੱਜ ਆਪਾਂ ਚਰਚਾ ਕਰ ਰਹੇ ਹਾਂ, ਉਹਨਾਂ ਨੇ ਇਹ ਜਿਹੜੀ ਸੁਪਰੀਮ ਜੂਨੀ ਆ ਉਹਦਾ ਬੈਨੀਫਿਟ ਲਿਆ। ਕਿਉਂ ਲਿਆ? ਕਿਉਂਕਿ ਇਹ ਜਿਹੜਾ 7 ਲੱਖ ਤੰਤੂ ਵਾਲਾ ਦਿਮਾਗ ਆ, ਉਹ ਮਨ ਕੀ ਬਾਤ ਆਪਣੀ ਜਿਹੜੀ ਆ ਉਹਨੇ ਖੋਜ ਕੀਤੀ ਆ, ਆਪਣੇ ਅਨੁਭਵ ਜਿਹੜੇ ਆ ਉਹ ਖੋਜੇ ਆ, ਉਹਦੇ ਤੋਂ ਹੀ ਅੱਜ ਵਿਗਿਆਨ ਤੇ ਟੈਕਨੋਲੋਜੀ ਦਾ ਜ਼ਮਾਨਾ ਆ। 2600 ਸਾਲ ਪਹਿਲਾਂ ਮਨੁੱਖ ਨੂੰ ਆਪਣੀ ਹੋਣੀ ਆਪੋ ਦੀਪੋ ਭਵ ਦਾ ਅਹਿਸਾਸ ਕਰਾਇਆ ਤਥਾਗਤ ਮਹਾਮਾਨਵ ਬੁੱਧ ਨੇ। ਜਦ ਕਿ ਉਹ ਇੱਕ ਰਾਜਕੁਮਾਰ ਸੀ, ਆਪਣੇ ਸੁੱਖ ਨੂੰ, ਰਾਜਕੁਮਾਰਾਂ ਵਾਲੇ ਸੁੱਖਾਂ ਨੂੰ ਤਿਆਗ ਕੇ ਤੇ ਉਹ ਠੋਕਰ ਮਾਰਦਾ ਬਈ ਜਿਹੜਾ ਇਨਸਾਨ ਦੁੱਖ ਆ, ਦੁੱਖ ਭੋਗ ਰਿਹਾ, ਇਹ ਦੁੱਖ ਦਾ ਕਾਰਨ ਵੀ ਢੂੰਡਣਾ ਚਾਹੀਦਾ। ਸਾਰੇ ਜਿਨ੍ਹਾਂ ਨੇ ਅੰਧ ਵਿਸ਼ਵਾਸ ਤੇ ਪਖੰਡਵਾਦ ਫੈਲਾਇਆ, ਇਸ ਸੁਪਰੀਮ ਜੂਨੀ ਨੂੰ ਆਪਣੇ ਮਰੀਦ ਬਣਾਇਆ, ਉਹਨਾਂ ਨੇ ਇਸ ਸੁਪਰੀਮ ਜੂਨੀ ਨੂੰ ਖੋਜ ਦੇ ਨਾਲ ਨਹੀਂ ਜੋੜਿਆ, ਪਖੰਡ ਨਾਲ ਜੋੜਿਆ, ਅੰਧ ਵਿਸ਼ਵਾਸ ਨਾਲ ਜੋੜਿਆ ਵੀ ਇਹ ਜਿਹੜੀ ਜੂਨੀ ਆ ਇਹ ਪਿਛਲੇ ਕਰਮਾਂ ਕਰਕੇ ਆ, ਜਿਨ੍ਹਾਂ ਨੇ ਜਾਤ ਪਾਤ ਫੈਲਾਈ ਆ, ਜਿਹੜੀ ਤੁਸੀਂ ਗੱਲ ਕਰਕੇ ਹਟਿਆ। ਉਹਨਾਂ ਨੇ ਕਿਹਾ ਇਹ ਜਿਹੜੇ ਆ ਤੂੰ ਮਾੜੇ ਘਰ ਦੇ ਵਿੱਚ ਜੇ ਜਨਮ ਲਿਆ, ਨੀਚਾਂ ਜੇ ਜਨਮ ਲਿਆ, ਇਹ ਪਿਛਲੇ ਕਰਮ ਆ ਵੀ ਜਿਹੜਾ ਜਨਮ ਆ
ਇਹ ਪਿਛਲੇ ਕਰਮਾਂ ਨੂੰ ਧੋਣ ਤੇ ਲਾ ਦੇ ਤੇ ਅਗਲੇ ਜਨਮ 'ਚ ਤੈਨੂੰ ਤਾਂ ਸਵਰਗ ਮਿਲਣਾ। ਤੇ ਜਿਨ੍ਹਾਂ ਨੇ ਇਸ ਸੰਬੰਧ ਦਾ ਇਸਤੇਮਾਲ ਕੀਤਾ ਆ, ਇਹ ਤਥਾਗਤ ਬੁੱਧਾ ਨੇ 2600 ਸਾਲ ਪਹਿਲਾਂ ਇਹ ਸੌਫਟਵੇਅਰ ਦਾ ਅਹਿਸਾਸ ਕਰਾਇਆ। ਇਹ ਬਹੁਤ ਵੱਡਾ ਸੌਫਟਵੇਅਰ ਆ। ਇਹ ਜਿਹੜਾ ਆਪਾਂ ਅੱਜ ਮੋਬਾਈਲ ਚੱਕੀ ਫਿਰਦੇ ਆ, ਹਜ਼ਾਰ GB ਵਾਲੇ, ਮੈਂ ਥੋੜੀ GB ਦਾ ਨਾਂ ਨਹੀਂ ਲੈਂਦਾ ਵੀ 8 GB 32 GB 64 GB, ਹਜ਼ਾਰ GB ਵਾਲੇ, ਉਹਨੇ ਅਹਿਸਾਸ ਕਰਾਇਆ ਇਹ ਜਿਹੜਾ ਤੇਰੇ ਅੰਦਰ ਕੁਦਰਤ ਨੇ ਸੌਫਟਵੇਅਰ ਭਰਿਆ, ਇਹਦਾ ਕੋਈ ਅੰਤ ਨਹੀਂ ਜੀ, ਕਿਉਂਕਿ ਕੋਈ ਲਿਮਟ ਨਹੀਂ ਇਹਦੀ। ਹਾਂ, ਇਹਦਾ ਕੋਈ ਅੰਤ ਨਹੀਂ ਹੈ। ਤੋ ਇਹਦਾ ਤੂੰ ਇਸਤੇਮਾਲ ਕਰ, ਬਸ਼ਰਤੇ ਆ ਕਿ ਇਹਦੇ ਚੋਂ ਬੁਰਾਈਆਂ ਕੱਢ। ਕਿਉਂਕਿ ਇਹ ਜਿਹੜਾ ਸੌਫਟਵੇਅਰ ਆ, ਆਪਾਂ ਨੂੰ ਅੱਖਾਂ ਦਿੱਤੀਆਂ, ਇਹ ਕੈਮਰੇ ਦਾ ਕੰਮ ਕਰਦੀ ਆ। ਬਿਲਕੁਲ। ਕੰਨ ਦਿੱਤੇ ਆ, ਬਿਲਕੁਲ। ਇਹ ਜਿਹੜਾ ਆ ਮਾਈਕ ਦਾ ਸੁਣਨ ਦਾ ਕੰਮ ਕਰਦੇ ਆ ਜੀ। ਤੇ ਜਿਹੜੇ ਆਪਾਂ ਜ਼ਬਾਨ ਦਿੱਤੀ ਆ, ਬੋਲਦੇ ਆ, ਇਹ ਸਪੀਕਰ ਦਾ ਕੰਮ ਕਰਦੇ ਆ। ਤੇ ਜਿਹੜਾ ਇਹ ਸਾਰਾ ਕੁਝ ਕਿਸੇ ਨਾ ਕਿਸੇ ਦੀ ਆਵਾਜ਼ ਆਪਣੇ ਮਨ 'ਚ ਫੀਡ ਹੋ ਰਹੀ ਆ। ਜੋ ਬੋਲਦੇ ਆ ਉਹ ਵੀ ਫੀਡ ਹੋਇਆ ਬੋਲਦੇ ਆ। ਜੋ ਦੇਖ ਰਹੇ ਆ ਉਹ ਫੋਟੋਆਂ, ਚਾਹੇ ਜਾਨਵਰਾਂ ਦੀਆਂ, ਚਾਹੇ ਇਨਸਾਨਾਂ ਦੀਆਂ, ਚਾਹੇ ਇਹ ਸ੍ਰਿਸ਼ਟੀ ਦੀਆਂ, ਉਹ ਆਪਣੇ ਮਨ 'ਚ ਫੀਡ ਹੋ ਜਾਂਦੀਆਂ, ਤਦ ਹੀ ਆਪਾਂ ਦੱਸਦੇ ਆ। ਤੇ ਇਹਦਾ ਜਿਹੜਾ ਇਸਤੇਮਾਲ ਕਰਨਾ ਸੀ, ਉਹ ਅੱਜ ਤੱਕ ਇਹਦਾ ਇਸਤੇਮਾਲ ਭਾਰਤ ਦੇ ਲੋਕਾਂ ਨੂੰ ਕਰਨ ਨਹੀਂ ਦਿੱਤਾ ਗਿਆ। ਜਿਨ੍ਹਾਂ ਨੇ ਕੀਤਾ, ਅੱਜ ਉਹਨਾਂ ਦੀ ਚਰਚਾ ਪੂਰੇ ਵਰਲਡ ਵਿੱਚ ਹੈ। ਤਥਾਗਤ ਬੁੱਧਾ ਨੇ ਜੇ ਇਹਦਾ ਇਸਤੇਮਾਲ ਕੀਤਾ, ਤੇ ਅੱਜ ਜਿਹੜੇ ਤਥਾਗਤ ਬੁੱਧਾ ਦੇ ਫੋਲੋਅਰ ਕੰਟਰੀਆਂ, ਉਹ ਅੱਜ ਟੈਕਨੋਲੋਜੀ ਦੇ ਵਿੱਚ ਹਾਈ ਲੈਵਲ ਤੱਕ ਪਹੁੰਚ ਗਈਆਂ। ਅੱਜ ਚਾਈਨਾ ਦਾ ਜਿਹੜਾ ਆ, ਉਹ ਇਕਨੋਮੀ ਦੇ ਵਿੱਚ ਮੁਕਾਬਲਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਉਹਨੇ ਟੈਕਨੋਲੋਜੀ ਦਾ, ਬੁੱਧਾ ਦਾ ਫਾਲੋਅਰ ਬਣੇ, ਜਾਪਾਨ ਫਾਲੋਅਰ ਬਣਿਆ। ਤੇ ਇਹੀ ਗੱਲ ਜਿਹੜੀ ਹੈ, ਬੁੱਧ ਨੂੰ ਖਤਮ ਕੀਤਾ ਗਿਆ ਔਰ ਉਹਦੀ ਜਿਹੜੀ ਸੋਚ ਹੈ ਉਹਨੂੰ ਖਤਮ ਕੀਤਾ ਗਿਆ, ਪਖੰਡਵਾਦ ਨੂੰ ਫੈਲਾਇਆ ਗਿਆ। ਤਾਂ ਉਸ ਦੇ ਜਾਣ ਤੋਂ ਬਾਅਦ ਜਦੋਂ 13ਵੀਂ 14ਵੀਂ ਤੇ 15ਵੀਂ ਸਦੀ ਆਉਂਦੀ ਆ, ਤੇ ਇਹ ਸਦੀ ਜਿਹੜੀ ਹੈ ਉਹ ਗੁਰੂਆਂ ਰਹਿਬਰਾਂ ਦੀ ਆਉਂਦੀ ਆ, ਜਿਹਦੇ ਵਿੱਚ ਜਿਹੜੇ ਆ ਮੁਗਲ ਸ਼ਾਸਕ ਸੀ। ਮੁਗਲ ਸ਼ਾਸਕਾਂ ਦੇ ਹੁੰਦੇ ਹੋਏ ਵੀ ਜਿਹੜਾ ਆ, ਉਹ ਸਾਨੂੰ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹਨੂੰ ਜਿਹੜੇ ਇਹਦੇ ਅੱਜ ਫੋਲੋਅਰ ਬਣੇ ਆ, ਇਹ ਅੰਧ ਵਿਸ਼ਵਾਸ ਫੈਲਾ ਰਿਹਾ, ਜਦ ਕਿ ਉਹ ਇੱਕ ਧੰਮ ਹੈ। ਬਿਲਕੁਲ, ਇੱਕ ਪੂਰਨ ਧੰਮ ਹੈ। ਬਿਲਕੁਲ, ਕਿਉਂਕਿ ਬੁਰਾਈਆਂ ਦੇ ਖਿਲਾਫ ਹੈ। ਉਹਦੇ ਵਿੱਚ ਜਿੰਨੇ 36 ਮਹਾਂਪੁਰਸ਼ ਆ, ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਪੈਦਾ ਹੋਏ, ਸਟੇਟਾਂ 'ਚ, ਔਰ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਇੱਕ ਮਾਲਾ ਦੇ ਮੋਤੀ ਬਣਾ ਕੇ ਉਹਨਾਂ ਨੂੰ ਪੇਸ਼ ਕੀਤਾ ਕਿ ਇਹ ਬੰਦੇ ਜਿਹੜੇ, ਇਹ ਮਹਾਂਪੁਰਸ਼ ਹੈ, ਇਹ ਮਹਾਂਪੁਰਸ਼ਾਂ ਨੇ ਅੰਧ ਵਿਸ਼ਵਾਸ ਦੇ ਖਿਲਾਫ ਗੱਲ ਕੀਤੀ ਆ। ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ, ਕੌਣ ਭਲੇ ਕੌਣ ਮੰਦੇ। ਬਈ ਜਦੋਂ ਸਾਡਾ ਜਿਹੜਾ ਆਉਣਾ ਜਾਣਾ ਇੱਕ ਤਰ੍ਹਾਂ ਦਾ ਆ, ਤੇ ਫੇਰ ਉੱਚਾ ਤੇ ਨੀਵਾਂ, ਬੜਾ ਤੇ ਛੋਟਾ, ਇਹ ਹੋ ਹੀ ਨਹੀਂ ਸਕਦਾ। ਬਰਾਬਰੀ ਦੀ ਗੱਲ ਕੀਤੀ ਆ, ਟੈਕਨੋਲੋਜੀ ਦੀ ਵੀ ਗੱਲ ਕੀਤੀ ਆ। ਤੇ ਇਸ ਕਰਕੇ, ਕਿਉਂਕਿ ਜਿਹੜੀ ਮਨੂਵਾਦ ਦਾ ਬਣਾਇਆ ਹੋਇਆ ਸਿਸਟਮ ਸੀ, ਉਹਨੂੰ ਢਹਿ ਢੇਰੀ ਕੀਤਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਆ। ਜੇ ਤੁਸੀਂ ਮਲਕ ਭਾਗੋ ਤੇ ਜਿਹੜਾ ਆ ਲਾਲੋ ਦੀ ਕਥਾ ਸੁਣਦੇ ਆ, ਤੇ ਗੁਰੂ ਸਾਹਿਬ ਨੇ ਜਿੱਥੇ ਇਹ ਉਹਨੇ ਜਿਹੜਾ ਆ ਇਮਾਨਦਾਰੀ ਨੂੰ ਪਹਿਲ ਦਿੱਤੀ। ਤੇ ਇਸੇ ਤਰ੍ਹਾਂ ਜਦੋਂ ਅਸੀਂ ਕੌਡੇ ਰਾਖਸ਼ ਦੀ ਗੱਲ ਕਰਦੇ ਹਾਂ, ਤਾਂ ਉਹਨੂੰ ਸਮਝਾਇਆ ਵੀ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ, ਹਿੰਸਾ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ। ਇਹੀ ਬੁੱਧਾ ਦੇ ਜਿਹੜੇ ਤ੍ਰਿਸ਼ਰਨ ਪੰਜਸ਼ੀਲ, ਜਿਹੜੀਆਂ 8 ਅਸ਼ਟਾਂਗ ਮਾਰਗ, 10 ਪਾਰਮਤਾਵਾਂ, ਇਹੀ ਹੈ ਨਾ। ਤੇ ਜਿਹੜਾ ਉਹਦੇ ਵਿੱਚ ਵੀ ਆ ਬਈ ਜਿਹੜੀ ਕੈਸੀ ਭਵ ਖੰਡਨਾ ਆਰਤੀ ਤੇਰੀ, ਬਈ ਜਿਹੜਾ ਇਹ ਨੀਲਾ ਮੰਡਲ ਆ, ਇਹ ਇੱਕ ਥਾਲ ਦਾ ਕੰਮ ਕਰਦਾ ਹੈ, ਤਾਰੇ ਮੋਤੀਆਂ ਦਾ ਕੰਮ ਕਰਦੇ ਆ, ਔਰ ਇਹਦੇ ਵਿੱਚ ਬਹੁਤ ਵੱਡਾ ਦੀਪਕ ਜਗ ਰਿਹਾ, ਚਾਂਦ, ਤੇ ਤੇਰੀ ਨਕਲੀ ਸਾਨੂੰ ਆਰਤੀ ਕਰਨ ਦੀ ਲੋੜ ਹੀ ਨਹੀਂ। ਤੇ ਕੁਦਰਤੀ ਤੌਰ ਤੇ ਤੇਰੀ ਜਿਹੜੀ ਆ ਆਰਤੀ ਹੋ ਰਹੀ ਆ। ਇਹ ਜਿਹੜੀਆਂ ਅਰਦਾਸਾਂ ਆ, ਪ੍ਰਾਰਥਨਾਵਾਂ, ਬੇਨਤੀਆਂ, ਅਰਜ਼ੋਈਆਂ ਆ, ਇਹਨਾਂ ਦੀ ਬਜਾਏ ਸਾਨੂੰ ਉਹ ਜਿਹੜਾ ਗਿਆਨ ਸੀ, ਧੰਮ ਬਣਾ ਕੇ ਦੇ ਕੇ ਗਏ ਸੀ ਬੁਰਾਈਆਂ ਦੇ ਖਿਲਾਫ, ਚੰਗੇ ਬਣਨ ਲਈ, ਉਹਦੇ ਤੇ ਅਸੀਂ ਚੱਲੇ ਨਹੀਂ। ਜੇ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਇੱਕ ਪਹਿਚਾਵਾ, ਸਭੇ ਸਾਂਝੀ ਬਾਲ ਸਦਾਏ ਕੋਈ ਨਾ ਦਿਸੇ ਬਾਰਾ ਜੀ, ਪਰ ਅੱਜ ਵੀ ਜਿਹੜਾ ਆ, ਉਹ ਜਿਨ੍ਹਾਂ ਦੇ ਜਿਹੜੇ ਫੋਲੋਅਰ ਜ਼ਿਆਦਾ ਬਣਦੇ ਆ, ਉਹ ਜਾਤ ਦਾ ਜਿਹੜਾ ਹਉਮੈ ਦਾ ਉਹ ਛੱਡਦੇ ਹੀ ਨਹੀਂ।
ਤੇ ਇਸ ਤਾਂ ਕਰਕੇ ਉਸ ਤੋਂ ਬਾਅਦ ਜਦੋਂ 18ਵੀਂ ਤੇ 19ਵੀਂ ਸਦੀ ਆਉਂਦੀ ਹੈ, ਉਸ ਸਦੀ ਦੇ ਵਿੱਚ ਫਿਰ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਬਿਲਕੁਲ ਜਿਹੜਾ ਉਹਨਾਂ ਦਾ ਜਨਮ ਹੁੰਦਾ ਜੀ 11 ਅਪ੍ਰੈਲ 1827 ਨੂੰ ਜੀ। ਉਹਨਾਂ ਦਾ ਜਨਮ ਹੁੰਦਾ ਜੀ ਤੇ ਉਹਨਾਂ ਦਾ ਫਿਰ 1840 ਨੂੰ ਉਹਨਾਂ ਦੀ ਸ਼ਾਦੀ ਹੋ ਜਾਂਦੀ ਆ। ਜੀ ਜਿੱਦਾਂ ਦੇ ਉਹਨਾਂ ਦੇ ਵਿਚਾਰ ਸੀ ਉੱਦਾਂ ਦੀ ਵਿਚਾਰਧਾਰਾ ਵਾਲੀ ਉਹਨਾਂ ਨੂੰ ਜੀ ਮਾਤਾ ਸਵਿਤਰੀ ਬਾਈ ਫੂਲੇ ਮਿਲ ਜਾਂਦੀ ਆ। ਉਹ ਫਿਰ ਰਲ ਕੇ ਜਿਹੜੀ ਆ ਇਸ ਮਨ ਦੀ ਬਾਤ ਕਰਨ ਦੇ ਲਈ 1848 ਨੂੰ ਪਹਿਲਾ ਸਕੂਲ ਖੋਲ੍ਹਦੇ ਆ। ਹਾਂ ਕਿਉਂਕਿ ਸਿੱਖਿਆ ਐਜੂਕੇਸ਼ਨ ਜਿਹੜੀ ਹੈ ਵਿਦਿਆ ਬਿਨਾ ਮਤੀ ਗਈ, ਮਤੀ ਬਿਨਾ ਨੀਤੀ ਗਈ, ਨੀਤੀ ਬਿਨਾ ਗਤੀ ਗਈ, ਗਤੀ ਬਿਨਾ ਵਿੱਤ ਗਿਆ, ਵਿੱਤ ਬਿਨਾ ਭਾਰਤ ਦਾ ਮੂਲ ਨਿਵਾਸੀ ਗੁਲਾਮ ਹੋ ਗਿਆ। ਤੇ ਇਸ ਤਰ੍ਹਾਂ ਜਿਹੜਾ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਜਿਹੜੀ ਗੱਲ 13ਵੀਂ 14ਵੀਂ 15ਵੀਂ ਸਦੀ ਦੇ ਵਿੱਚ ਕਹਿੰਦੇ ਸੀ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਮਲੀਨ, ਵੀ ਸਾਡੀ ਜਿਹੜੀ ਬੁੱਧੀ ਦਾ ਦੀਵਾ ਗੋਲਿਆ ਉਹ ਅਗਿਆਨਤਾ ਦੇ ਨਾਲ ਪਿਆ। ਲੇਕਿਨ ਉਸ ਵੇਲੇ ਮੁਗਲਾਂ ਨੇ ਕੋਈ ਸਕੂਲ ਨਹੀਂ ਖੋਲ੍ਹਣ ਦਿੱਤਾ ਗਿਆ ਤੇ ਜਿਹੜਾ ਸਕੂਲ ਖੋਲ੍ਹਿਆ ਸੀ ਜਿਹ 'ਚ ਗਿਆਨ ਦੇਣਾ ਸੀ 1604 ਈਸਵੀ 'ਚ, ਤਾਂ ਉਹ ਜਿਹੜਾ ਆ ਉਹਦੇ ਨਾਲ ਕਾਫੀ ਜਿਹੜਾ ਗਿਆਨ ਫੈਲਿਆ ਜੀ। ਤੇ ਲੇਕਿਨ ਉਹਨੂੰ ਵੀ ਜਿਹੜਾ ਮਨੂਵਾਦੀ ਢਾਂਚੇ ਨੇ ਆਪਣੇ ਸਿਸਟਮ 'ਚ ਹੌਲੀ 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 ਘੁਸਪੈਠ ਕਰ ਲਈ। ਦੁਬਾਰਾ ਫਿਰ ਜਿਹੜਾ ਆ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਇਹ ਜਿਹੜਾ ਕ੍ਰਾਂਤੀ ਦਾ ਵਿਗਲ ਵਜਾਇਆ ਔਰ ਇਸ ਮਨੂਵਾਦੀ ਸਿਸਟਮ ਨੂੰ ਢਹਿ ਢੇਰੀ ਕੀਤਾ। ਰਾਸ਼ਟਰਪਿਤਾ ਜੋਤੀਰਾਓ ਫੂਲੇ ਤੇ ਮਾਤਾ ਸਵਿਤਰੀ ਬਾਈ ਫੂਲੇ ਦੀ ਕਾਮਯਾਬੀ ਦਾ ਕਾਰਨ ਜਿਹੜਾ ਸੀ ਉਹ ਅੰਗਰੇਜ਼ ਸੀ। ਕਿਉਂਕਿ ਮੁਗਲ ਜਿਹੜੇ ਸੀ ਉਹ ਹਥਿਆਰ ਨਾਲ ਗੱਲ ਕਰਦੇ ਸੀ ਜੀ, ਕਲਮ ਨਾਲ ਨਹੀਂ ਸੀ ਗੱਲ ਕਰਦੇ। ਲੇਕਿਨ ਜਿਹੜੇ ਅੰਗਰੇਜ਼ ਸੀ ਉਹ ਕਲਮ ਦੀ ਗੱਲ ਕਰਦੇ ਸੀ ਔਰ ਮਨ ਦੀ ਗੱਲ ਜਿਹੜੀ ਹਰੇਕ ਦੀ ਸੁਣਦੇ ਸੀ। ਉਹਨਾਂ ਦੇ ਵਿੱਚ ਜਾਤੀਵਾਦ ਨਹੀਂ ਸੀ, ਉਹਨਾਂ ਦੇ ਵਿੱਚ ਜਿਹੜਾ ਸ਼ਾਸਕ ਬਣਨਾ ਇੱਕ ਅਲੱਗ ਗੱਲ ਆ, ਲੇਕਿਨ ਉਹਨਾਂ ਨੇ ਹਰੇਕ ਨੂੰ ਅੱਗੇ ਵਧਣ ਲਈ ਐਜੂਕੇਸ਼ਨ ਦੇ ਮੌਕੇ ਦਿੱਤੇ, ਔਰਤਾਂ ਨੂੰ ਮੌਕੇ ਦਿੱਤੇ। ਤਾਂ ਹੀ ਜਿਹੜਾ ਆ ਉਹ 1848 ਦੇ ਵਿੱਚ ਆਪਾਂ ਜਿਹੜੀ ਅੱਜ ਚਰਚਾ ਕਰ ਰਹੇ ਹਾਂ। ਤੁਸੀਂ ਕਿਹਾ ਕਿ 9 ਅਕਤੂਬਰ ਨੂੰ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਮਾਣ ਤੇ 18 ਜਿਹੜੀ ਹੈ ਉਹ ਨਵੰਬਰ ਨੂੰ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਦਾ ਪ੍ਰੀ ਨਿਰਮਾਣ ਦਿਵਸ ਹੈ 28 ਨਵੰਬਰ ਤਾਂ ਜਿਹੜਾ 6 ਦਸੰਬਰ ਹੈ ਉਹ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਹੈ। ਜੇ 12 ਮਹੀਨੇ ਆ ਤੇ 12 ਮਹੀਨਿਆਂ ਦੇ ਵਿੱਚ ਆਪਣੇ ਕੋਲ ਇੰਨੇ ਮਹਾਪੁਰਸ਼ ਆ, ਉਹਨਾਂ ਨੇ ਜਿਨ੍ਹਾਂ ਨੇ ਕ੍ਰਾਂਤੀਆਂ ਕੀਤੀਆਂ ਉਹਨਾਂ ਦੀ ਨਾਲ ਕੜੀ ਨਾਲ ਕੜੀ ਜੁੜਦੀ ਆ। ਜਿੱਦਾਂ 3 ਜਨਵਰੀ ਨੂੰ ਮਾਤਾ ਸਵਿਤਰੀ ਬਾਈ ਫੂਲੇ ਦਾ ਜਨਮ ਹੁੰਦਾ, ਬਿਲਕੁਲ ਜੀ, ਠੀਕ ਹੈ। ਤੇ 26 ਜਨਵਰੀ ਨੂੰ ਸੰਵਿਧਾਨ ਲਾਗੂ ਹੁੰਦਾ। ਬਿਲਕੁਲ ਜੀ, ਜੇ ਇਹਨਾਂ ਮਹਾਪੁਰਸ਼ਾਂ ਦੇ ਅੰਦੋਲਨ ਦੀ ਬਦੌਲਤ ਜਿਹੜਾ ਨਿਚੋੜ ਆ। ਤੇ ਜਿਹੜਾ ਅਗਲਾ ਫਰਵਰੀ ਆ ਉਹਦੇ ਵਿੱਚ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਮਹਾਰਾਜ ਜੀ, ਮਤਲਬ ਅਨਿਆਏ ਮੁਕਤ, ਅਤਿਆਚਾਰ ਮੁਕਤ, ਜੀ ਸਮਤਾ ਤੇ ਸਮਾਨਤਾ ਭਾਈਚਾਰੇ ਦੀ ਕਲਪਨਾ ਕਰਨ ਵਾਲੇ ਬੇਗਮਪੁਰੇ ਦਾ ਸੰਕਲਪ ਲੈਣ ਵਾਲੇ ਉਹ ਫਰਵਰੀ 'ਚ ਹੈ। ਫਿਰ 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਦਾ ਜਨਮ ਦਿਨ, ਇੱਦਾਂ ਹੀ 14 ਅਪ੍ਰੈਲ ਨੂੰ, 11 ਅਪ੍ਰੈਲ ਨੂੰ ਰਾਸ਼ਟਰਪਿਤਾ ਜੋਤੀਰਾਓ ਫੂਲੇ ਦਾ। ਇਹ ਮਈ ਦੇ ਵਿੱਚ ਫਿਰ ਤਥਾਗਤ ਬੁੱਧ ਜਯੰਤੀ। ਬਿਲਕੁਲ ਜੀ, ਭਾਵ ਇਹ ਆ ਵੀ ਜਾਣੀ ਸਾਡਾ ਜੇ ਅਸੀਂ ਆਪਣੇ ਮਹਾਪੁਰਸ਼ਾਂ ਦੇ ਮਗਰ ਲੱਗੇ ਹੁੰਦੇ ਤਾਂ ਤੁਹਾਡਾ ਜਿਹੜਾ ਆ ਤੁਹਾਨੂੰ ਟਾਈਮ ਨਹੀਂ ਮਿਲ ਸਕਦਾ। ਤੁਸੀਂ ਜਿਹੜਾ ਆ ਇਹਨੂੰ ਕਲਚਰ ਰੈਵੂਲੇਸ਼ਨ ਲਿਆਉਣ ਦੇ ਲਈ ਲੋਕਾਂ ਦੇ ਵਿੱਚ ਇਹਨਾਂ ਦੀ ਵਿਚਾਰਧਾਰਾ ਨੂੰ ਲਿਜਾਣ ਦੀ ਲੋੜ ਆ। ਤੋ ਅੱਜ ਜਿਹੜੀ ਆਪਾਂ ਚਰਚਾ ਕਰ ਰਹੇ ਹਾਂ ਬਈ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਕਿਤੇ ਭੁੱਲ ਨਾ ਜਾਈਏ, ਕਿਉਂਕਿ ਇਹ ਜਿਹੜਾ ਰਾਸ਼ਟਰਪਿਤਾ ਜੋਤੀਰਾਓ ਫੂਲੇ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਤੀਜਾ ਗੁਰੂ ਮੰਨਿਆ, ਪਹਿਲੇ ਤਥਾਗਤ ਬੁੱਧਾ ਨੂੰ ਤੇ ਦੂਸਰੇ ਫਿਰ ਕਬੀਰ ਸਾਹਿਬ ਨੂੰ ਤੇ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੂੰ ਤੇ ਇਹ ਅੱਜ ਜਿਹੜਾ ਆ ਸਾਨੂੰ ਚਰਚਾ ਸੁਣ ਕੇ ਸਾਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਣ ਦੇ ਲਈ ਅਸੀਂ ਜਿਹੜੀ ਹੈ ਚਰਚਾ ਕਰ ਸਕਦੇ ਹਾਂ। ਪਰ ਅਸੀਂ ਸਫਲ ਤਾਂ ਹੋਵਾਂਗੇ
ਜੇ ਆਵਾਮ ਦੀ ਗੱਲ, ਕਿਉਂਕਿ ਇਹ ਲੋਕਾਂ ਦੀ ਗੱਲ ਆ। ਕੌਲ ਸਾਹਿਬ ਇੱਥੇ ਆਪਾਂ ਜੋਤੀਰਾਓ ਫੂਲੇ ਦੇ ਜੀਵਨ ਦੇ ਉੱਤੇ ਚਰਚਾ ਕਰਦੇ ਕਰਦੇ ਜਿਵੇਂ ਬਹੁਤ ਸਾਰੇ ਰਹਿਬਰਾਂ ਦੇ ਪ੍ਰੀ-ਨਿਰਵਾਣ ਦਿਵਸ ਨੂੰ ਵੀ ਯਾਦ ਕੀਤਾ ਹੈ, ਉਹਨਾਂ ਦੇ ਜਨਮ ਦਿਨ ਨੂੰ ਵੀ ਯਾਦ ਕੀਤਾ ਹੈ, ਤੇ ਅਗਲੇ ਮਹੀਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵੀ ਆ ਰਿਹਾ ਹੈਗਾ, ਤੇ ਹਰ ਮਹੀਨਾ ਹਰ ਦਿਨ ਸਾਡੇ ਲਈ ਤਿਉਹਾਰ ਹੈ। ਤੇ ਪਰ ਅਸੀਂ ਆਪਣੇ ਰਹਿਬਰਾਂ ਦੇ ਇਹ ਤਿਉਹਾਰਾਂ ਨੂੰ, ਪ੍ਰਕਾਸ਼ ਪੁਰਬ ਦਾ ਪ੍ਰੀ-ਨਿਰਵਾਣ ਦਿਵਸ ਨੂੰ, ਸਾਡਾ ਸਮਾਜ ਜਿਹੜਾ ਭੁੱਲ ਕੇ ਕਿਤੇ ਨਾ ਕਿਤੇ ਉਹ ਉਸੇ ਸਿਸਟਮ ਦੇ ਅੱਜ ਵੀ ਵਿੱਚ ਫਸਿਆ ਹੋਇਆ। ਇੱਥੇ ਜੋਤੀਰਾਓ ਫੂਲੇ ਤੇ ਕ੍ਰਾਂਤੀ ਜੋਤ ਮਾਤਾ ਸਾਵਿਤਰੀ ਬਾਈ ਫੂਲੇ ਨੂੰ ਯਾਦ ਕਰਦੇ ਹਾਂ, ਜੇ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਤੇ ਉਹਨਾਂ ਦੀ ਜਿਹੜੀ ਮੈਰਿਜ ਹੈ, ਜਿਹੜੀ ਸ਼ਾਦੀ ਆ, ਉਹ ਕਿੰਨੀ ਕੁ ਉਮਰ ਦੇ ਵਿੱਚ ਹੋ ਜਾਂਦੀ ਹੈ ਜੋਤੀਰਾਓ ਫੂਲੇ ਉਹਨਾਂ ਦੀ? ਸ਼ਾਦੀ ਉਹਨਾਂ ਦੀ 13 ਸਾਲ ਦੀ ਉਮਰ ਜਿਹੜੀ ਹੈ, 13 ਸਾਲ ਉਹ ਰਾਸ਼ਟਰਪਿਤਾ ਜੋਤੀਰਾਓ ਫੂਲੇ ਦੀ 13 ਸਾਲ ਦੀ ਉਮਰ ਹੈ, ਜੀ। ਤੇ ਮਾਤਾ ਸਾਵਿਤਰੀ ਬਾਈ ਫੂਲੇ ਦੀ ਉਮਰ 9 ਸਾਲ ਦੀ ਹੈ। 9 ਸਾਲ। ਔਰ 9 ਸਾਲ ਤੋਂ ਬਾਅਦ ਤੁਸੀਂ ਦੇਖੋ 1848 ਚ ਉਹ ਸਕੂਲ ਖੋਲਣ ਵਾਲੇ ਬਣ ਜਾਂਦੇ ਆ। ਦੇਖੋ ਕੌਲ ਸਾਹਿਬ, ਇੱਥੇ ਬੜੀ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ ਵਿਚਾਰਨ ਦੀ ਗੱਲ ਹੈਗੀ ਹੈ ਵੀ 13-14 ਸਾਲ ਦੇ ਬੱਚੇ ਅੱਜ ਜੇ ਗਲੀਆਂ 'ਚ ਘੁੰਮਦੇ ਆਪਾਂ ਦੇਖਦੇ ਹਾਂ, ਉਹਨਾਂ ਦੀ ਸੋਚ ਕਿੱਥੇ ਖੜੀ ਹੈ। ਤੇ 9 ਸਾਲ ਦੀ ਉਮਰ ਦੇ ਵਿੱਚ ਇੱਕ ਲੜਕੀ, ਇੱਥੇ ਆਪਾਂ ਕਿਵੇਂ ਉਹਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ ਜਾਂ ਪੜ੍ਹਾਈ ਦੇ ਤੇ ਬਿਜ਼ੀ ਰੱਖਦੇ ਹਾਂ ਜਾਂ ਕਿੱਦਾਂ, ਤੇ ਉਸ ਵੇਲੇ ਉਹਨਾਂ ਨੇ ਇਸ ਉਮਰ ਦੇ ਵਿੱਚ ਦੇਖੋ ਉਹਨਾਂ ਨੂੰ ਕਿੰਨਾ ਚਿੰਤਾ ਸੀ ਸਮਾਜ ਦੇ ਵਾਸਤੇ ਵੀ ਸਮਾਜ ਦੀਆਂ ਜਿਹੜੀਆਂ ਲੜਕੀਆਂ ਆ ਉਹ ਵੀ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ, ਵੀ ਇਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਹੈਗਾ, ਤੇ ਇਹ ਵੀ ਚੰਗੇ ਇਨਸਾਨ ਬਣਨ, ਇਹ ਵੀ ਗਿਆਨਵਾਨ ਹੋਣ, ਇਹ ਵੀ ਵਿੱਦਿਆ ਹਾਸਲ ਕਰਨ। ਉਹਨਾਂ ਨੇ ਬੜੇ ਯਤਨ ਕੀਤੇ। ਉਹ ਕਿੱਦਾਂ ਦਾ ਉਹਨਾਂ ਨੂੰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਦਾ ਸਾਹਮਣਾ ਗੁੜਾ ਸਾਹਿਬ ਬਹੁਤ ਕਰਨਾ ਪਿਆ। ਜਦੋਂ ਉਹਨਾਂ ਦੇ ਜੀਵਨ ਚਰਚਾ ਸੰਘਰਸ਼ ਤੇ ਨਿਗਾਹ ਮਾਰਦੇ ਆ ਤੇ ਸਾਡਾ ਜਿਹੜਾ ਆ ਉਹ ਮਤਲਬ ਖੂਨ ਖੌਲਦਾ, ਦਰਦ ਸੀਨੇ 'ਚ ਦਰਦ ਵੀ ਆਉਂਦਾ, ਕਿਉਂਕਿ ਜਿਹੜਾ ਮਨੂ ਨੇ ਸਿਸਟਮ ਬਣਾਇਆ ਉਹ ਆਪਣੀ ਸੁਪਰਮੇਸੀ ਕਾਇਮ ਰੱਖਣ ਵਾਸਤੇ ਵੀ ਬ੍ਰਾਹਮਣ ਸਿਰ ਚੋਂ ਪੈਦਾ ਹੋਏ ਆ, ਕਸ਼ਤਰੀ ਡੋਲਿਆਂ ਚੋਂ, ਜਿਹੜੇ ਵੈਸ਼ ਆ ਪੇਟ ਚੋਂ, ਸ਼ੂਦਰ ਜਿਹੜੇ ਆ ਉਹ ਪੈਰਾਂ ਚੋਂ ਪੈਦਾ ਹੋਏ ਆ, ਔਰ ਜਿਹੜੇ ਅਤੀ ਸ਼ੂਦਰ ਆ ਇਹ ਤਾਂ ਕਾਹੇ ਚੋਂ ਵੀ ਨਹੀਂ ਪੈਦਾ ਹੋਏ, ਇਹਨਾਂ ਨੂੰ ਬਾਹਰ ਰੱਖਿਆ ਉਸ ਸਿਸਟਮ ਚੋਂ। ਠੀਕ ਹੈ, ਇਹ ਜਿਹੜਾ ਆ ਉਹਦੇ ਵਿੱਚ ਔਰਤ ਨੂੰ ਜ਼ਿਆਦਾ ਗੁਲਾਮ ਬਣਾਇਆ, ਕਿਉਂਕਿ ਜਿੰਨੇ ਵੀ ਹਮਲਾਵਰ ਆਏ ਆ ਭਾਰਤ ਦੇ ਮੂਲ ਨਿਵਾਸੀਆਂ, ਜਿਹੜਾ ਸੋਨੇ ਦੀ ਚਿੜੀ ਨੂੰ ਕੰਗਾਲ ਕਰਨ ਦੇ ਲਈ, ਉਹ ਔਰਤਾਂ ਨਹੀਂ ਨਾਲ ਲੈ ਕੇ ਆਏ, ਤੇ ਨਾ ਉਹਨਾਂ ਕੋਲ ਬਾਹਲੀ ਸੈਨਾ ਹੀ ਸੀ। ਇਸ ਕਰਕੇ ਜਿਹੜਾ ਆ ਉਹਨਾਂ ਨੇ ਔਰਤ ਨੂੰ ਜ਼ਿਆਦਾ, ਜਿਹੜਾ ਆ ਔਰਤ ਜਿਹੜੀ ਹੈ ਘਰ ਦੀ ਮੁਖੀਆ ਹੁੰਦੀ ਹੈ ਜੀ, ਇਸ ਕਰਕੇ ਘਰ ਦੀ ਮੁਖੀਆ ਨੇ ਜੋ ਸਿੱਖਿਆ ਉਹੀ ਬੱਚੇ ਨੂੰ ਜਨਮ ਲੈਣ ਵਾਲੇ ਨੂੰ ਸਿਖਾਉਣਾ ਆ ਜੀ। ਇਸ ਕਰਕੇ ਔਰਤ ਨੂੰ ਅੰਧ ਵਿਸ਼ਵਾਸ 'ਚ ਇੰਨਾ ਫਸਾਇਆ ਕਿ ਜੇ ਤੂੰ ਪੜ੍ਹ ਗਈ ਤੇਰਾ ਪਤੀ ਜਿਹੜਾ ਆ ਉਹ ਮਰ ਜਾਊਗਾ। ਇੰਨਾ ਜਿੱਥੇ ਕਿਹਾ ਬਈ ਇਹ ਪਿਛਲੇ ਕਰਮਾਂ ਕਰਕੇ ਤੁਸੀਂ ਜਿਹੜਾ ਆ ਸ਼ੂਦਰ ਅਤੀ ਸ਼ੂਦਰਾਂ 'ਚ ਪੈਦਾ ਹੋਏ ਆ, ਇੱਦਾਂ ਔਰਤ ਨੂੰ ਇਹ ਡਰਾਇਆ ਗਿਆ ਵੀ ਜੇ ਤੂੰ ਪੜ੍ਹ ਗਈ ਤੇਰਾ ਪਤੀ ਮਰ ਜਾਣਾ। ਰਾਸ਼ਟਰਪਿਤਾ ਜੋਤੀਰਾਓ ਫੂਲੇ ਜਿਹੜੇ ਆ ਉਹਨਾਂ ਦੇ ਅੰਗਰੇਜ਼ਾਂ ਦੇ ਆਉਣ ਨਾਲ ਅੰਗਰੇਜ਼ੀ ਵੀ ਪੜ੍ਹ ਗਏ, ਤੇ ਇਹਨਾਂ ਦੇ ਕਿਉਂਕਿ ਅੰਗਰੇਜ਼ਾਂ ਨੇ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਸੀ, ਉਹਨੇ ਕਿਹਾ ਜੇ ਰਾਜ ਕਰਨਾ ਤਾਂ ਇਹਨਾਂ ਦੀ ਜਿਹੜੀ ਆਹ ਧਾਰਮਿਕ ਗ੍ਰੰਥ ਆ ਇਹਨਾਂ ਦਾ ਲੱਤਾਂ ਇੰਗਲਿਸ਼ ਵਿੱਚ ਕਰੋ। 1776 ਦੇ ਵਿੱਚ ਪਹਿਲਾਂ ਜਿਹੜਾ ਆ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਜਿਹੜਾ ਗ੍ਰੰਥ ਸੀ ਮਨੂ ਸਿਮਰਤੀ, ਉਹਨੂੰ ਉਹਨਾਂ ਨੇ ਅੰਗਰੇਜ਼ੀ 'ਚ ਅਨੁਵਾਦ ਕਰਾਇਆ। ਜਦੋਂ ਅਨੁਵਾਦ ਕਰਾਇਆ ਤੇ ਰਾਸ਼ਟਰਪਿਤਾ ਜੋਤੀਰਾਓ ਫੂਲੇ ਵੀ ਅੰਗਰੇਜ਼ੀ ਪੜ੍ਹ ਗਏ ਸੀ। ਉਹਨਾਂ ਨੇ ਫਿਰ ਜਿਹੜੇ ਇਹਨਾਂ ਦੇ ਗ੍ਰੰਥ ਹੈ ਉਹ ਜਦੋਂ ਗੁਲਾਮਗਿਰੀ ਲਿਖਦੇ ਆ ਉਹਦੇ ਵਿੱਚ ਸਾਰੇ ਚਰਚਾ ਆ ਬਈ ਇਹ ਜਿਹੜੇ ਧਾਰਮਿਕ ਆਗੂ ਆ, ਇਹ ਧਾਰਮਿਕ ਆਗੂ ਨਹੀਂ, ਇਹ ਇੱਕ ਛੜਯੰਤਰਕਾਰੀ ਜਿਹੜੇ ਹਮਲਾਵਰ ਸੀਗੇ। ਤੇ ਇਸ ਕਰਕੇ ਉਹਨਾਂ ਨੇ ਮਾਤਾ ਸਾਵਿਤਰੀ ਬਾਈ ਫੂਲੇ ਨੂੰ ਪਹਿਲ ਦੇ ਆਧਾਰ ਤੇ ਪੜ੍ਹਾ ਕੇ ਆਪ ਜਿਹੜਾ ਆ ਉਹ ਕੰਮਕਾਰ ਕੀਤਾ, ਲੋਕਾਂ ਨੂੰ ਜਿਹੜਾ ਸਮਝਾਉਂਦੇ ਰਹੇ, ਸਮਾਜਿਕ ਚੇਤਨਾ ਲਿਆਉਂਦੇ ਰਹੇ, ਤੇ ਪੜ੍ਹਾਉਣ ਦਾ ਕੰਮ ਮਾਤਾ ਸਾਵਿਤਰੀ ਬਾਈ ਫੂਲੇ ਨੂੰ ਦਿੱਤਾ। ਹੁਣ ਜਿਹੜਾ ਉਹਨਾਂ ਨੇ ਕੋਈ ਜਾਤ ਦੇ ਖਿਲਾਫ ਨਹੀਂ ਅੰਦੋਲਨ ਖੜਾ ਕੀਤਾ, ਵਿਵਸਥਾ ਦੇ ਖਿਲਾਫ, ਕਿਉਂਕਿ ਤਾਤੀਆ ਬ੍ਰਾਹਮਣ ਸੀ, ਉਹਦਾ ਉਹਨਾਂ ਨੇ ਰਾਸ਼ਟਰਪਿਤਾ ਜੋਤੀਰਾਓ ਫੂਲੇ ਦਾ ਸਹਿਯੋਗ ਕੀਤਾ ਜੀ। ਉਸਮਾਨ ਸ਼ੇਖ ਮੁਸਲਮਾਨ ਸੀ ਜੀ, ਔਰ ਬੀਬੀ ਫਾਤਮਾ ਸ਼ੇਖ ਮੁਸਲਮ ਮਾਤਾ ਸੀ।
ਉਹਨਾਂ ਨੇ ਉਹ ਆਪ ਵੀ ਪੜ੍ਹੀ ਤੇ ਪਹਿਲੀ ਮੁਸਲਿਮ ਟੀਚਰ ਬਣੀ। ਔਰ ਜਿਹੜਾ ਉਸਮਾਨ ਸ਼ੇਖ ਸੀ ਉਹਨਾਂ ਨੇ ਉਹ ਸਕੂਲ ਲਈ ਕੋਈ ਜਗ੍ਹਾ ਨਹੀਂ ਸੀ ਦਿੰਦਾ, ਕਿਉਂਕਿ ਅੰਧ ਵਿਸ਼ਵਾਸ ਦਾ ਇੰਨਾ ਬੋਲਬਾਲਾ ਸੀ। ਖੁਦ ਇਹਨਾਂ ਦੇ ਪਿਤਾ ਨੇ ਜਿਹੜਾ ਆ ਉਹ ਕਹਿੰਦਾ ਬਈ ਇਹ ਮੇਰੇ ਘਰ ਦੇ ਵਿੱਚ ਮਾੜਾ ਜਿਹੜਾ ਪੁੱਤ ਪੈਦਾ ਹੋ ਗਿਆ, ਜਿੱਦਾਂ ਕਹਿੰਦੇ ਹੁੰਦੇ ਰਾਹੂ ਕੇਤੂ ਨਾ, ਇਦਾਂ। ਤਾਂ ਇਸ ਕਰਕੇ ਉਹਨੂੰ ਕਿਹਾ ਵੀ ਤੇਰਾ ਜਿਹੜਾ ਵਪਾਰ ਨਹੀਂ ਚੱਲੂਗਾ। ਉਹਨੇ ਦੋਹਾਂ ਨੂੰ, ਨੌ ਪੁੱਤ ਨੂੰ ਬਾਹਰ ਕੱਢ ਦਿੱਤਾ, ਨੀਲੀ ਛੱਤ ਦੇ ਥੱਲੇ ਰਹਿਣ ਲਈ ਮਜਬੂਰ ਕਰ ਦਿੱਤਾ। ਇਹ ਉਹਨਾਂ ਦਾ ਸੰਘਰਸ਼ਮਈ ਜੀਵਨ ਆ। ਤੇ 2-3 ਰਾਤਾਂ ਉਹਨੀ ਜਿਹੜੀਆਂ ਨੀਲੀ ਛੱਤ ਦੇ ਥੱਲੇ, ਉਦੋਂ ਜੰਗਲ ਏਰੀਆ ਸੀ, ਕਿੱਦਾਂ ਦੇ ਕੱਟੇ ਆ, ਸਿਰਫ ਇਸ ਕਰਕੇ ਬਈ ਮੈਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਦਿਆਂਗਾ। ਗੁਲਾਮੀ ਕਿੱਥੇ ਆ? ਮਾਨਸਿਕ ਮਨ ਦੇ ਵਿੱਚ। ਉਹ ਮਨ ਨੂੰ ਉਹਨਾਂ ਨੇ ਮਨ ਦਾ ਇਸਤੇਮਾਲ ਜਿਹੜਾ ਕਰਨ ਵਾਸਤੇ ਐਜੂਕੇਸ਼ਨ ਨੂੰ ਪ੍ਰਾਇਓਰਟੀ ਦੇ ਕੇ ਤਾਂ ਇਹ ਜਿਹੜੇ ਆ ਸੰਘਰਸ਼ ਕੀਤਾ। ਔਰ 1854 ਤੱਕ ਲਗਭਗ 18 ਜਿਹੜੇ ਆ ਉਹ ਸਕੂਲ ਖੋਲ੍ਹੇ। ਔਰ ਹਰ ਜਿਹੜੀ ਹੈ ਬਰਾਦਰੀ ਦੀਆਂ ਔਰਤਾਂ ਨੂੰ ਸ਼ਾਮਲ ਕਰਾਇਆ। ਦੇਖੋ ਬਿਲਕੁਲ ਸ਼ੂਦਰ, ਅਤੀ ਸ਼ੂਦਰ ਤੇ ਨਾਲ ਨਾਲ ਬ੍ਰਾਹਮਣ ਭਾਈਚਾਰਾ ਔਰ ਜਿਹੜਾ ਆ ਮੁਸਲਿਮ ਭਾਈਚਾਰਾ ਉਹ ਨਾਲ ਰੱਖਿਆ, ਕਿਉਂਕਿ ਮਾਨਵਤਾ ਉਹਨਾਂ ਦੇ ਕਣ ਕਣ ਦੇ ਵਿੱਚ ਵਸੀ ਹੋਈ ਸੀ। ਉਹਨਾਂ ਦੇ ਵਿੱਚ ਵੈਰ ਵਿਰੋਧ ਨਹੀਂ ਸੀ ਜਿਹੜਾ। ਬਿਲਕੁਲ ਜੀ। ਉਹਨਾਂ ਜਿਹੜੇ ਚਿੰਤਕ ਹੁੰਦੇ ਸਮਾਜ ਦੇ, ਉਹਨਾਂ ਦੇ ਮਨਾਂ ਦੇ ਵਿੱਚ ਕੋਈ ਜਾਤੀ ਜ਼ਹਿਰ ਨਹੀਂ ਹੁੰਦਾ, ਇੱਦਾਂ ਦਾ ਭੇਦਭਾਵ ਨਹੀਂ ਹੁੰਦਾ। ਉਹਨਾਂ ਨੇ ਸਾਰੀ ਔਰਤ ਦੇ ਵਾਸਤੇ ਪ੍ਰਬੰਧ ਕੀਤਾ ਹੈ ਪੜ੍ਹਾਈ ਦਾ। ਇੱਥੇ ਬੜੀ ਦੱਸਣਯੋਗ ਹੈ ਕਿ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ, ਜਿਨ੍ਹਾਂ ਨੂੰ ਮਹਾਤਮਾ ਜੋਤੀ ਰਾਓ ਫੂਲੇ ਨੇ ਆਪਣੀ ਪਤਨੀ ਨੂੰ ਜਾਣੀ ਕਿ ਪਹਿਲਾਂ ਆਪ ਪੜ੍ਹਾਇਆ, ਫਿਰ ਉਹਨਾਂ ਨੂੰ ਪੜ੍ਹਾਉਣ ਦੇ ਲਾਇਕ ਕੀਤਾ। ਫਿਰ ਸਵਿਤਰੀ ਬਾਈ ਫੂਲੇ ਘਰਾਂ ਦੇ ਵਿੱਚ ਗਈ ਔਰ ਪ੍ਰੇਰਿਤ ਕੀਤਾ ਲੋਕਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ, ਧੀਆਂ ਨੂੰ ਵੀ ਗਿਆਨਵਾਨ ਬਣਾਓ, ਪੜ੍ਹਾਓ। ਕਿਵੇਂ? ਉਸ ਵੇਲੇ ਦੇਖੋ ਮਨੂਵਾਦੀ ਸਿਸਟਮ, ਉਸ ਵੇਲੇ ਮਾਨਸਿਕ ਗੁਲਾਮੀ ਇੰਨੀ ਸੀ, ਜਿਵੇਂ ਤੁਸੀਂ ਵੀ ਦੱਸਿਆ ਕਿ ਹਿੰਦੂਵਾਦ ਸਿਸਟਮ ਨੇ ਇੰਨਾ ਮਨਾਂ ਦੇ ਵਿੱਚ ਇੱਕ ਘੌਣ ਵਾਂਗੂ ਇੱਕ ਗ੍ਰਹਿਣ ਕੀਤਾ ਆ ਸੀਗਾ, ਮਨਾਂ ਦੇ ਵਿੱਚ ਭਰਿਆ ਸੀ, ਇੱਕ ਅੰਧ ਵਿਸ਼ਵਾਸ ਭਰਿਆ ਸੀ ਵੀ ਜਿਸ ਔਰਤ ਦਾ ਘਰ ਵਾਲਾ ਜਿਸ ਪੜ੍ਹੇਗਾ ਉਹ ਰੰਡੀ ਹੋ ਜਾਏਗੀ, ਉਹ ਵਿਧਵਾ ਹੋ ਜਾਏਗੀ। ਤੇ ਔਰਤ ਦਾ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਸੀਗੀ। ਪਰ ਉਸ ਵੇਲੇ ਉਹਨਾਂ ਨੇ ਮਿਹਨਤ ਕੀਤੀ। ਕਿਵੇਂ ਲੋਕਾਂ ਨੂੰ ਉਸ ਵੇਲੇ, ਅੱਜ ਦੀ ਜੇ ਦੇਖੋ ਵੀ ਅੱਜ ਜੇ ਕਿਸੇ ਨੂੰ ਅਸੀਂ ਸਮਝਾਉਣ ਜਾਂਦੇ ਜਾਂ ਤੁਸੀਂ ਵੀ ਬਹੁਤ ਜ਼ੋਰ ਲਾਉਂਦੇ ਹੋ ਮਿਸ਼ਨ ਦੇ ਵਾਸਤੇ, ਸਮਾਜ ਚਿੰਤਕ ਸਮਾਜ ਦੇ ਵਿੱਚ ਸੁਧਾਰ ਕਰਨ ਦੇ ਲਈ, ਕਿੰਨੇ ਕੁ ਲੋਕ ਮਗਰ ਲੱਗਦੇ ਨੇ, ਜਦ ਕਿ ਹੁਣ ਪੜ੍ਹਿਆ ਲਿਖਿਆ ਸਮਾਜ ਹੈ। ਉਸ ਵੇਲੇ ਤਾਂ ਅਗਿਆਨੀ ਸੀ, ਅਨਪੜ੍ਹ ਸੀ। ਉਸ ਵੇਲੇ ਸਮਾਜ ਨੂੰ ਮਗਰ ਲਾਉਣਾ, ਵਿੱਦਿਆ ਲਈ ਪ੍ਰਬੰਧ ਕਰਨਾ, ਵਿੱਦਿਆ ਲਈ ਪ੍ਰੇਰਨਾ ਦੇਣੀ, ਵਿੱਦਿਆ ਨੂੰ, ਲੜਕੀਆਂ ਨੂੰ ਤੋਰਨਾ, ਕਿੰਨਾ ਉਹਨਾਂ ਦਾ ਸੰਘਰਸ਼ ਹੋਇਆ। ਅੰਦਾਜ਼ਾ ਲਾਏ ਤੇ ਵੀ ਰੌਂਗਟੇ ਖੜੇ ਹੁੰਦੇ ਨੇ। ਤੇ ਉਸ ਵੇਲੇ ਜੋਤੀ ਰਾਓ ਫੂਲੇ ਦੇ ਪਿਤਾ ਜੀ ਨੇ ਵੀ, ਜਿਵੇਂ ਕੌਲ ਸਾਹਿਬ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ, ਕਿਉਂਕਿ ਫੁੱਲਾਂ ਦਾ ਵਪਾਰ ਕਰਦੇ ਸੀ, ਫੁੱਲਾਂ ਦਾ ਕੰਮ ਕਰਦੇ ਸੀ, ਮੰਦਰਾਂ ਦੇ ਵਿੱਚ ਫੁੱਲ ਵੇਚਣ ਜਾਂਦੇ ਸੀਗੇ, ਤਾਂ ਮੰਦਰਾਂ ਦੇ ਪੁਜਾਰੀਆਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਸੀਗਾ ਕਿ ਜੇ ਤੇਰਾ ਮੁੰਡਾ ਲੜਕੀਆਂ ਨੂੰ ਪੜ੍ਹਾਉਣ ਦੀ ਗੱਲ ਜੇ ਨਾ ਕਰਨੋਂ ਹਟਿਆ ਤਾਂ ਤੂੰ ਭਾਈ ਇੱਥੇ ਸਾਡੇ ਫੁੱਲ ਵੇਚਣ ਨਹੀਂ ਆਉਣਾ। ਉਹਨੂੰ ਆਪਣੇ ਕੰਮ ਦੀ ਚਿੰਤਾ ਵੀ ਪੈ ਚੁੱਕੀ ਸੀਗੀ, ਤੇ ਇਸ ਕਰਕੇ ਉਹਨੂੰ ਆਪਣੀ ਨੂੰਹ ਨੂੰ ਤੇ ਪੁੱਤ ਨੂੰ, ਜੋਤੀ ਰਾਓ ਫੂਲੇ ਤੇ ਸਵਿਤਰੀ ਬਾਈ ਫੂਲੇ ਨੂੰ ਘਰੋਂ ਵੀ ਕੱਢਣ ਲਈ ਮਜਬੂਰ ਕਰ ਦਿੱਤਾ ਸੀ। ਘਰੋਂ ਕੱਢ ਹੀ ਦਿੱਤਾ ਸੀਗਾ। ਕਿੱਦਾਂ ਦੇ ਹਾਲਾਤਾਂ ਦੇ ਵਿੱਚੋਂ ਉਹਨਾਂ ਨੇ ਗੁਜ਼ਰ ਕੇ ਸਮਾਜ ਦੇ ਵਾਸਤੇ ਚਿੰਤਾ ਕਰਦਿਆਂ ਵਿੱਦਿਆ ਦੇ ਸਾਧਨ ਹਾਸਲ ਕੀਤੇ, ਸਾਧਨ ਪੈਦਾ ਕੀਤੇ, ਪ੍ਰਬੰਧ ਕੀਤੇ। ਕਿਵੇਂ ਉਹਨਾਂ ਨੇ ਸਕੂਲਾਂ ਦਾ ਅਰੇਂਜ ਕੀਤਾ, ਕਿਵੇਂ ਉਹਨਾਂ ਨੇ ਉੱਦਾਂ ਦੇ ਭੈੜੇ ਸਿਸਟਮ ਦੇ ਵਿੱਚ ਫਸੇ ਲੋਕਾਂ ਦੇ ਕੋਲੋਂ ਕਿੱਦਾਂ ਕਿਰਾਏ 'ਤੇ ਜਾਂ ਮੁੱਲ ਕਿੱਦਾਂ ਸਥਾਨ ਲਏ ਹੋਣਗੇ, ਕਿੱਦਾਂ ਉਹਨਾਂ ਨੇ ਪ੍ਰਬੰਧ ਕੀਤੇ ਹੋਣਗੇ, ਕਿਵੇਂ ਜ਼ਮੀਨਾਂ ਦੇ ਪ੍ਰਬੰਧ ਕੀਤੇ ਹੋਣਗੇ। ਰੌਂਗਟੇ ਖੜੇ ਹੁੰਦੇ ਨੇ ਉਹਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ। ਪਰ ਅਸੀਂ ਕਿੱਥੇ ਖੜੇ ਹਾਂ ਉਹਦੇ ਵੱਲ ਵੀ ਜਾਵਾਂਗੇ। ਪਰ ਉਹਨਾਂ ਦਾ ਬੜਾ ਸੰਘਰਸ਼ਮਈ ਜੀਵਨ ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ, ਕਿਤਾਬ ਚੱਕ ਕੇ ਜਦੋਂ ਫੋਲਦੇ ਹਾਂ, ਤੇ ਉਹਨਾਂ ਨੇ ਇੱਕ ਇੱਕ ਮਿੰਟ ਸਮਾਜ ਦੇ ਵਾਸਤੇ ਚਿੰਤਾ ਕੀਤੀ ਔਰ ਉਹਨਾਂ ਨੇ ਮਿਹਨਤ ਕੀਤੀ ਔਰ ਲੜਾਈ ਲੜੀ ਹੈ, ਸੰਘਰਸ਼ ਕੀਤਾ ਹੈ ਸਮਾਜ ਦੇ ਵਾਸਤੇ ਕਿ ਸਮਾਜ
ਇਸ ਅੰਧ ਵਿਸ਼ਵਾਸੀ ਗੁਲਾਮੀ ਚੋਂ ਬਾਹਰ ਆ ਕੇ ਇੱਕ ਚੰਗਾ ਜੀਵਨ, ਇੱਕ ਗਿਆਨਵਾਨ, ਇੱਕ ਗਿਆਨਵਾਨ ਹੋ ਕੇ ਚੰਗਾ ਜੀਵਨ ਬਤੀਤ ਕਰੇ। ਬੜੇ ਸੰਘਰਸ਼ ਕਰਨਾ ਪਿਆ ਜੀ ਦੋਨਾਂ ਨੂੰ, ਮੀਆਂ ਬੀਬੀ ਨੂੰ। ਇਤਿਹਾਸ ਕੀ ਦੱਸਦਾ ਵੀ ਇਹਨਾਂ ਦੇ ਕੋਈ ਬੱਚਾ ਵੀ ਸੀਗਾ? ਨਹੀਂ, ਇਹਨਾਂ ਦੇ ਜਿਹੜਾ ਬੱਚਾ ਨਹੀਂ ਸੀਗਾ ਜੀ। ਔਰ ਇੱਕ ਵਾਰ ਜਿਹੜਾ ਆ ਮਾਤਾ ਸਵਿਤਰੀ ਬਾਈ ਫੂਲੇ ਜੀ ਨੇ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਨੂੰ ਇਹ ਵੀ ਸਲਾਹ ਦਿੱਤੀ ਸੀ ਵੀ ਤੁਸੀਂ ਜਿਹੜਾ ਦੁਬਾਰਾ ਸ਼ਾਦੀ ਹੋਰ ਕਰਵਾ ਲਓ, ਵੀ ਜਿਹੜਾ ਤੁਹਾਡੇ ਬੱਚਾ ਹੋ ਜਾਏਗਾ। ਤਾਂ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਕਿਹਾ ਸੀ ਕਿ ਜਿਹੜੇ ਇਸ ਪੂਰੇ ਭਾਰਤ ਦੇ ਸ਼ੂਦਰ ਅਤੇ ਸ਼ੂਦਰ ਜਿਹੜੇ ਆ ਇਹ ਤੁਹਾਡੇ ਮਾਰੇ ਬੱਚੇ ਹੀ ਆ, ਆਪਾਂ ਇਹਨਾਂ ਦੀ ਅਗਵਾਈ ਕਰ ਰਹੇ ਆ। ਉੱਦਾਂ ਉਹਨੀ ਇੱਕ ਜਿਹੜਾ ਆ ਉਹ ਵਿਧਵਾ ਦੇ ਬੱਚਾ ਹੋਇਆ ਸੀ ਔਰ ਉਹਨਾਂ ਨੇ ਜਸ਼ਵੰਤ ਸੀ ਉਹਨੂੰ ਗੋਦ ਲਿਆ ਸੀ ਜੀ, ਤੇ ਉਹਨੂੰ ਪਾਲਿਆ ਸੀਗਾ, ਤੇ ਜਿਹਦੀ ਜਿਹੜੀ ਆ ਇੱਕ ਫਿਰ ਬਾਅਦ ਦੇ ਵਿੱਚ ਮੌਤ ਵੀ ਹੋ ਗਈ ਸੀਗੀ। ਤੇ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਮਾਤਾ ਰਾਮਾਬਾਈ ਅੰਬੇਡਕਰ ਮਰਨ ਵੇਲੇ ਕਹਿੰਦੀ ਆ ਕਿ ਸਾਹਿਬ ਜੀ ਬਈ ਮੇਰੇ ਮਰਨ ਤੋਂ ਬਾਅਦ ਇਹ ਜਿਹੜੇ ਭਾਰਤ ਦੇ 7 ਕਰੋੜ ਲੋਕ ਹੈ ਇਹ ਮੇਰੇ ਬੱਚੇ ਆ, ਇਹਨਾਂ ਦਾ ਤੁਸੀਂ ਖਿਆਲ ਰੱਖਣਾ। ਇਸੇ ਤਰ੍ਹਾਂ ਜਿਹੜਾ ਆ, ਕਿਉਂਕਿ ਜਿਹੜੇ ਅਗਵਾਈ ਕਰਤਾ ਮਾਨਵਤਾ ਦੀ ਲੜਾਈ ਲੜਦੇ ਹੁੰਦੇ ਆ ਉਹ ਹਰੇਕ ਨੂੰ ਆਪਣਾ ਜਿਹੜਾ ਆ ਉਹ ਬੱਚਾ ਸਮਝਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਇਹਨਾਂ ਦੇ ਲਈ ਕੁਝ ਕਰਕੇ ਜਾਣਾ। ਬਿਲਕੁਲ ਜੀ, ਇਹ ਸਮਾਜੀ ਚਿੰਤਕ ਲੋਕਾਂ ਦੇ ਬੱਚੇ ਹੁੰਦੇ ਨੇ। ਤੇ ਜਦੋਂ ਅਸੀਂ ਇਹ ਇਤਿਹਾਸ ਦੇਖਦੇ ਹਾਂ ਤੇ ਉਹਨਾਂ ਨੇ ਚਿੰਤਾ ਕਰਦਿਆਂ ਆਪਣਾ ਜੀਵਨ ਸੁੱਖ ਆਰਾਮ ਦੀ ਜ਼ਿੰਦਗੀ ਨਹੀਂ, ਉਹਨਾਂ ਨੇ ਤੰਗੀਆਂ ਤਕਲੀਫਾਂ ਸਹਿ ਕੇ ਸਮਾਜ ਦੇ ਵਾਸਤੇ ਇਹ ਪ੍ਰਬੰਧ ਕਰਕੇ ਦਿੱਤੇ ਨੇ। ਪਰ ਜਿਸ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਔਰਤ ਸਵਿਤਰੀ ਬਾਈ ਫੂਲੇ, ਤੇ ਉਸ ਤੋਂ ਪਹਿਲਾਂ ਕਿਸੇ ਨੂੰ ਔਰਤ ਨੂੰ ਪੜ੍ਹਨ ਦੇ ਅਧਿਕਾਰ ਹੀ ਨਹੀਂ ਸੀਗੇ, ਪੜ੍ਹੀ ਲਿਖੀ ਹੀ ਨਹੀਂ ਸੀਗੀ, ਤੇ ਸਵਿਤਰੀ ਬਾਈ ਫੂਲੇ ਹੀ ਸਭ ਤੋਂ ਪਹਿਲੀ ਭਾਰਤ ਦੀ ਸਟੂਡੈਂਟ ਹੈ, ਵਿਦਿਆਰਥਣ ਹੈ, ਤੇ ਉਹੀ ਪਹਿਲੀ ਸਭ ਤੋਂ ਟੀਚਰ ਅਧਿਆਪਕਾ ਹੈ। ਤੇ ਸਾਡੇ ਭਾਰਤ ਦੇ ਵਿੱਚ, ਸਾਡੇ ਭਾਰਤ ਦੀਆਂ ਸਾਰੀਆਂ ਔਰਤਾਂ ਨੂੰ ਅਸਲ ਦੇ ਵਿੱਚ ਉਹਦਾ ਜਨਮ ਦਿਨ, ਪ੍ਰੀ ਨਿਰਵਾਣ ਦਿਵਸ ਇੱਕ ਇਸ ਤਰੀਕੇ ਦੇ ਨਾਲ ਮਨਾਉਣਾ ਚਾਹੀਦਾ ਜਿਵੇਂ ਇਹ ਬਹੁਤ ਸਾਰੇ ਤਿਉਹਾਰਾਂ ਦੇ ਵਿੱਚ ਪੂਜਾ ਕਰਦੇ ਨੇ, ਉਜਾੜਾਂ ਦੇ ਵਿੱਚ ਜਾਂਦੇ ਨੇ, ਪਹਾੜਾਂ ਵੱਲ ਨੂੰ ਤੁਰੇ ਹੁੰਦੇ ਆ। ਇਸ ਤਰੀਕੇ ਦੇ ਨਾਲ ਅਸਲ ਦੇ ਵਿੱਚ ਮਾਤਾ ਸਾਡੇ ਭਾਰਤ ਦੀ ਔਰਤ ਜਾਤੀ ਦੇ ਵਾਸਤੇ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਹੈ। ਪਰ ਅੱਜ ਸਮਾਜ ਉਸ ਵੇਲੇ ਦੇ ਲੜਾਈ ਲੜਨ ਵਾਲੇ ਇਹਨਾਂ ਚਿੰਤਕ ਯੋਧਿਆਂ ਨੂੰ ਭੁੱਲਦਾ ਜਾ ਰਿਹਾ ਹੈ ਜਾਂ ਭੁੱਲ ਚੁੱਕਾ ਹੈ। ਤੇ ਅੱਜ ਉਹਨਾਂ ਤੋਂ ਇੱਕ ਸੇਧ ਲੈ ਕੇ ਅੱਗੇ ਵੀ ਜਿਹੜੇ ਪੜ੍ਹੀਆਂ ਲਿਖੀਆਂ ਸਾਡੀਆਂ ਧੀਆਂ ਬੱਚੀਆਂ, ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਅੱਗੇ ਵੀ ਮਾਤਾ ਸਵਿਤਰੀ ਬਾਈ ਫੂਲੇ ਦੇ ਵਾਂਗ ਜਿਹੜੀਆਂ ਪਿੱਛੇ ਰਹਿ ਚੁੱਕੀਆਂ ਲੜਕੀਆਂ, ਜਿਨ੍ਹਾਂ ਦੇ ਕੋਲ ਵਿੱਦਿਆ ਦੇ ਸਾਧਨ ਨਹੀਂ ਹੈਗੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹਿੰਮਤ ਨਹੀਂ ਹੈ ਪੜ੍ਹਾਉਣ ਦੀ, ਆਪਣੀ ਜ਼ਿੰਮੇਵਾਰੀ ਜਿਵੇਂ ਸਵਿਤਰੀ ਬਾਈ ਫੂਲੇ ਨੇ ਜ਼ਿੰਮੇਵਾਰੀ ਨਿਭਾਈ ਹੈ, ਇਸ ਤਰੀਕੇ ਨੇ ਉਹਨਾਂ ਨੇ ਤੁਹਾਨੂੰ ਮੌਕੇ ਦਿੱਤੇ ਨੇ। ਅੱਜ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੀਆਂ ਧੀਆਂ ਦੇ ਘਰਾਂ ਦੇ ਵਿੱਚ ਹਿੰਮਤ ਨਹੀਂ ਹੈ, ਪੈਸਾ ਨਹੀਂ ਹੈ, ਫਾਈਨੈਂਸ਼ੀਅਲੀ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਵਿੱਦਿਆ ਹਾਸਲ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ। ਤਦ ਹੀ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਨੂੰ ਅਸਲੀ ਜਨਮ ਦਿਨ ਦੀ ਵਧਾਈ ਹੋਊਗੀ ਤੇ ਪ੍ਰੀ ਨਿਰਵਾਣ ਦਿਵਸ ਦੀ ਸ਼ਰਧਾਂਜਲੀ ਹੋਊਗੀ, ਤੇ ਅਸਲੀ ਜੋਤੀਰਾਓ ਫੂਲੇ ਹੋਣਾ ਨੂੰ ਜਨਮ ਦਿਨ ਦੀ ਵਧਾਈ ਹੋਏਗੀ ਤੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਸ਼ਰਧਾਂਜਲੀ ਹੋਏਗੀ। ਐਵੇਂ ਨਾ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਜਿਹੜੇ ਸ਼ਰਧਾ ਦੇ ਨਾਲ ਤੁਸੀਂ ਬਹੁਤ ਸਾਰੇ ਖਰਚੇ ਕਰਦੇ ਹੋ, ਅਸਲ ਸਾਡੀ ਜ਼ਿੰਮੇਵਾਰੀ ਕੀ ਹੈ ਉਹਦੇ ਤੇ ਸਾਡੀ ਕੋਸ਼ਿਸ਼ ਹੈ ਅੱਜ ਨਜ਼ਰ ਮਾਰਨ ਦੀ ਕਿ ਇਤਿਹਾਸ ਕੀ ਕਹਿੰਦਾ ਤੇ ਸਾਡੀ ਜ਼ਿੰਮੇਵਾਰੀ ਕੀ ਹੈ, ਸਾਡੀ ਦਿਸ਼ਾ ਕਿਹੜੀ ਹੈ ਤੇ ਅੱਜ ਦੀ ਦਸ਼ਾ ਕਿਹੜੀ, ਇਹਦੇ ਤੇ ਸਾਡੀ ਚਿੰਤਾ ਹੈਗੀ ਹੈ। ਬੜਾ ਸੰਘਰਸ਼ ਕੀਤਾ ਜੀ ਸਾਡੇ ਇਹਨਾਂ ਦੋਨੋਂ ਰਹਿਬਰਾਂ ਨੇ, ਔਰ ਇਹਨਾਂ ਨੇ ਕਿਤਾਬਾਂ ਵੀ ਬਹੁਤ ਸਾਰੀਆਂ ਲਿਖੀਆਂ ਹੈਗੀਆਂ। ਉਹਨਾਂ ਤੇ ਕੀ ਕਹਿਣਾ ਚਾਹੋਗੇ ਕਿ ਜੋਤੀਰਾਓ ਫੂਲੇ ਹੋਣਾ ਨੇ ਆਪਣੀ ਕਲਮ ਤੋਂ ਕਿੰਨੀਆਂ ਕਿਤਾਬਾਂ ਲਿਖੀਆਂ ਸਨ ਔਰ ਕਿਹੜੀ ਜਾਂ ਇਦਾਂ ਦਾ ਜੇ ਤੁਹਾਨੂੰ ਯਾਦ ਹੋਵੇ? ਜਿਹੜਾ ਗੁਲਾਮਗਿਰੀ ਲਿਖੀ ਹੈ ਜੀ, ਜਿਹੜੀ ਸੰਘਰਸ਼ ਦੀ ਗੱਲ ਹੈ, ਮੈਂ ਮਾਤਾ ਸਵਿਤਰੀ ਬਾਈ ਫੂਲੇ ਦੀ
ਗੱਲ ਕਰਾਂ ਜੀ ਕਿ ਔਰਤ ਦੀ ਕੀ ਜ਼ਿੰਮੇਵਾਰੀ ਹੈ ਜਿੱਦਾਂ ਬਿਲਕੁਲ ਜੀ ਪਰਿਵਾਰ ਦੀ ਮੁਖੀਆ ਆ ਜੀ। ਤੇ ਸਮਾਜ ਦੀ ਮੁਖੀਆ ਬਣ ਕੇ ਜੀ ਉਹਨੇ ਜਦੋਂ ਜ਼ਿੰਮੇਵਾਰੀ ਚੱਕੀ ਹੈ ਹੂੰ ਤੇ ਦੋ ਸਾੜੀਆਂ ਜਿਹੜੀਆਂ, ਇੱਕ ਸਾੜੀ ਲਾ ਕੇ ਜਾਣੀ ਬਿਲਕੁਲ ਤੇ ਬਿਲਕੁਲ ਦੋ ਸਾੜੀਆਂ ਜਿਹੜੀਆਂ ਇੱਕ ਝੋਲੇ 'ਚ ਪਾ ਕੇ ਝੋਲੇ 'ਚ ਲਿਜਾਣੀ। ਪਾ ਕੇ ਇੱਕ ਲੈ ਕੇ ਜਾਣੇ, ਬਿਲਕੁਲ ਕਿਉਂਕਿ ਮਨੋਵਾਦ ਇੰਨਾ ਸਾਡੇ ਤੇ ਜਿਹੜਾ ਆ ਉਹ ਕਰਖਤ ਸੀ ਕਿ ਜਿਹੜਾ ਇਹ ਸ਼ੂਦਰ ਅਤੇ ਸ਼ੂਦਰ ਸਮਾਜ ਹੈ ਇਹ ਪੜ੍ਹਾਈ ਨਹੀਂ ਕਰ ਸਕਦਾ, ਇਹ ਜੇ ਪੜ੍ਹ ਗਿਆ ਤੇ ਫਿਰ ਸਾਡੇ ਜਿਹੜੇ ਆ ਪੜਦੇ ਫੋਲ ਹੋ ਜਾਣੇ ਆ। ਇਸ ਕਰਕੇ ਉਹਦੇ ਗੋਹਾ ਮਾਰਦੇ ਸੀ, ਇੱਟਾਂ ਠੀਮਾਂ ਮਾਰਦੇ ਸੀ, ਜਿਹਦੇ ਕਰਕੇ ਮਾਤਾ ਸਵਿਤਰੀ ਬਾਈ ਫੂਲੇ ਨੂੰ ਸਕੂਲ 'ਚ ਜਾ ਕੇ ਸਾੜੀ ਬਦਲ ਕੇ ਫੇਰ ਪੜਾਉਣਾ ਪੈਂਦਾ ਸੀ। ਬਿਲਕੁਲ ਬਿਲਕੁਲ ਇੰਨਾ ਸੰਘਰਸ਼ ਕੀਤਾ ਔਰਤ ਵਾਸਤੇ, ਜਿਹੜੀ ਔਰਤ ਨੂੰ ਭਰੇ ਸ਼ਰੇ ਬਾਜ਼ਾਰ ਵੇਚਿਆ ਜਾਂਦਾ ਸੀ। ਹਜੇ ਬੱਕਰੀਆਂ ਦੀ, ਭੇਡਾਂ ਦੀ ਜਿਹੜੀ ਹੈ ਉਹ ਬੋਲੀ ਘੱਟ ਲੱਗਦੀ ਆ। ਔਰਤਾਂ ਦਾ ਇਹ ਹਾਲ ਸੀ ਕਿ ਮੰਦਰਾਂ ਦੇ ਵਿੱਚ ਦਾਸੀਆਂ, ਗੁਲਾਮ ਬਣਾ ਕੇ ਰੱਖੀਆਂ ਜਾਂਦੀਆਂ ਸੀ, ਔਰ ਜਿਹੜਾ ਮਰਜ਼ੀ ਜਿਹੜਾ ਆ ਉਹ ਸੁਪਰਮੇਸੀ ਜਿਹੜੀ ਹੈ ਉਹ ਮਨੂ ਦੀ ਹੋਣ ਕਰਕੇ ਇਹ ਜਿਹੜੇ ਹੈ ਔਰਤ ਦੀ ਇੱਜ਼ਤ ਲੁੱਟੀ ਜਾਂਦੀ ਸੀਗੀ। ਇੰਨਾ ਭੈੜਾ ਹਾਲ ਸੀ, ਪੈਰ ਦੀ ਜੁੱਤੀ ਤੋਂ ਥੱਲੇ ਸਮਝਿਆ ਜਾਂਦਾ ਸੀ। ਤੋ ਇਸ ਕਰਕੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਲੀ ਮਾਤਾ ਸਵਿਤਰੀ ਬਾਈ ਫੂਲੇ ਆ, ਜਿਹਨੂੰ ਅੱਜ ਵੀ ਪੜ੍ਹੇ ਲਿਖੇ ਸਾਡੇ ਲੋਕ ਜਿਹੜੇ ਆ ਉਹਨਾਂ ਦੀਆਂ ਔਰਤਾਂ ਵੀ ਨਹੀਂ ਜਾਣਦੀਆਂ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਪੜ੍ਹਾਈ ਜਿਹੜੀ ਆ, ਸਿੱਖਿਆ, ਬਾਬਾ ਸਾਹਿਬ ਨੇ ਤਾਂ ਕਿਹਾ ਸੀ ਵੀ ਸਿੱਖਿਆ ਉਹ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਵੇਗਾ ਦਹਾੜੇਗਾ। ਪਰ ਜਦੋਂ ਅਸੀਂ ਦੇਖਦੇ ਹਾਂ ਬਈ ਸਾਹਿਬ ਕਾਂਸ਼ੀ ਰਾਮ ਜੀ ਨੇ ਆંકੜੇ ਇਕੱਠੇ ਕੀਤੇ ਆ 2000 ਦੇ ਵਿੱਚ, ਤਾਂ ਉਹ ਕਹਿੰਦੇ ਸੀ 30 ਲੱਖ ਤੋਂ ਵੱਧ ਜਿਹੜੇ ਆ ਉਹ ਪੜ੍ਹੇ ਲਿਖੇ ਲੋਕ ਆ ਜੀ। ਤੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਹੋਰ ਕਿੰਨੇ ਪੜ੍ਹੇ ਹੋਣਗੇ। ਤੇ ਜਿਹੜਾ ਮਤਲਬ ਪੜ੍ਹਾਈ ਦਾ ਇਹ ਨਹੀਂ ਹੁੰਦਾ ਕਿ ਪੜ੍ਹ ਲਿਆ ਲਿਖ ਔਰ ਜਿਹੜੀ ਸ਼ਾਸਕ ਵਰਗ ਦੀ ਨੌਕਰੀ ਕਰ ਲਈ, ਉਸ ਤੋਂ ਬਾਅਦ ਜਿਹੜਾ ਆ ਉਹ ਪੈਨਸ਼ਨ ਤੇ ਰਿਟਾਇਰ ਹੋ ਗਏ, ਆਪਣਾ ਸਮਾਂ, ਆਪਣਾ ਪੈਸਾ, ਆਪਣੀ એનર્ਜੀ ਉਹ ਪੇ ਬੈਕ ਟੂ ਦਾ ਸੁਸਾਇਟੀ ਜਿਹੜਾ ਕਰਨ ਦੇ ਵਿੱਚ ਕੋਈ ਯੋਗਦਾਨ ਨਾ ਪਾਇਆ। ਤੇ ਇਹਨੂੰ ਕੋਈ ਪੜ੍ਹਾਈ ਨਹੀਂ ਕਹਿੰਦੇ। ਰਾਸ਼ਟਰਪਿਤਾ ਜੋਤੀ ਰਾਮ ਫੂਲੇ ਜੇ ਪੜ੍ਹੇ ਆ ਤਾਂ ਉਹਨੇ ਕੋਈ ਨੌਕਰੀ ਨਹੀਂ ਕੀਤੀ। ਹਾਲਾਂਕਿ ਉਸਮਾਨ ਸ਼ੇਖ ਤੇ ਤਾਤੀਆ ਕਹਿੰਦੇ ਸੀ ਬਈ ਜਿਹੜਾ ਤੁਸੀਂ ਸਾਡੇ ਨਾਲ, ਅਸੀਂ ਤੈਨੂੰ ਕਾਲਜ ਦੇ ਵਿੱਚ ਪ੍ਰੋਫੈਸਰ ਲਵਾ ਦਿੰਦੇ ਆ, ਨੌਕਰੀ ਕਰ। ਉਹ ਕਹਿੰਦੇ ਨਹੀਂ, ਜਿਹੜਾ ਮੈਂ ਕੰਮ ਕਰਦਾ ਇਹ ਸਮਾਜ ਦੀ ਜਿਹੜੀ ਚਿੰਤਾ ਕੌਣ ਕਰੂਗਾ, ਉਹ ਕੌਣ ਕਰੂਗਾ। ਤੇ ਇਸੇ ਤਰ੍ਹਾਂ ਬਾਬਾ ਸਾਹਿਬ 32 ਡਿਗਰੀਆਂ ਦੇ ਮਾਲਕ ਹੋਏ ਔਰ ਇੰਨੀਆਂ ਪੜ੍ਹਾਈਆਂ ਦੁਨੀਆ ਦੀਆਂ ਕਰਕੇ ਉਹਨਾਂ ਨੇ ਵੀ ਕੋਈ ਇੱਕ ਜਗ੍ਹਾ ਟਿਕ ਕੇ ਨੌਕਰੀ ਨਹੀਂ ਕੀਤੀ। ਸਮਾਜ ਨੂੰ ਜਿਹੜਾ ਚਿੰਤਾ ਸੀ, ਕਿਉਂਕਿ ਪੜ੍ਹਾਈ ਜਿਹੜੇ ਲੋਕਾਂ ਨੇ ਨੌਕਰੀ ਕੀਤੀ ਆ ਉਹਨਾਂ ਦਾ ਧੰਨਵਾਦ ਆ ਵੀ ਬਾਬਾ ਸਾਹਿਬ ਦੀ ਬਦੌਲਤ ਉਹ ਪੜ੍ਹੇ ਲਿਖੇ ਬਣੇ। ਪਰ ਉਹਨਾਂ ਨੂੰ ਥੋੜ੍ਹੀ ਜਿਹੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਵੀ ਹੁਣ ਜੇ ਰਿਟਾਇਰਮੈਂਟ ਹੀ ਜਿਹੜੇ ਰਿਟਾਇਰ ਪਰਸਨ ਹੀ ਆ ਉਹੀ ਮੈਦਾਨ ਦੇ ਵਿੱਚ ਜੇ ਆ ਜਾਣ ਤਾਂ ਕ੍ਰਾਂਤੀ ਨੂੰ ਕੋਈ ਰੋਕ ਨਹੀਂ ਸਕਦਾ। ਨੰਬਰ 1। ਨੰਬਰ 2 ਤੇ ਔਰਤ ਜਿਹੜੀ ਆ, ਕਿਉਂਕਿ ਜੇ 133 ਕਰੋੜ ਦੀ ਆਬਾਦੀ ਆ ਤਾਂ ਅੱਧੀ ਆਬਾਦੀ ਕਿਹਦੀ ਆ? ਔਰਤ ਦੀ। ਬਿਲਕੁਲ। ਅੱਧੀ ਆਬਾਦੀ ਜਿਹੜੀ ਔਰਤ ਦੀ ਆ, ਜੇ ਉਹ ਢੋਲਕੀਆਂ ਛਾਣੇ ਕੁੱਟ-ਕੁੱਟ ਕੇ ਜਾਣੀ ਕਿ ਅਗਲਾ ਜਨਮ ਸੁਧਾਰਨ ਦੇ ਵਿੱਚ ਆਪ ਵੀ ਤੇ ਆਪਣੇ ਆਦਮੀ ਨੂੰ ਵੀ ਉਹ ਲਾਉਂਦੀ ਰਹੀ ਬਈ ਆਪਾਂ ਸਵਰਗ ਦੇ ਵਿੱਚ ਹੀ ਪਹੁੰਚਣਾ। ਆਹ ਜਨਮ 'ਚ ਜਿਹੜੇ ਹੈ ਉਹ ਸਾਨੂੰ ਜਿਨ੍ਹਾਂ ਪੁਰਖਿਆਂ ਨੇ ਮਨ ਦੀ ਜਿਹੜੀ ਹੈ ਉਹ ਵਰਤੋਂ ਕਰਨੀ ਦੱਸੀ ਹੈ, ਉਹਦਾ ਅਸੀਂ ਜਿਹੜਾ ਆ ਉਹਦੇ 'ਚ ਮਨ ਦੇ ਵਿੱਚ ਕੋਈ ਹੋਰ ਹੀ ਬਿਠਾ ਕੇ ਕੂੜ ਪ੍ਰਚਾਰ ਵਾਲੇ ਜਾਂ ਅੰਧ ਵਿਸ਼ਵਾਸ ਵਾਲੇ, ਪਖੰਡ ਵਾਲੇ ਉਹ ਬਿਠਾ ਕੇ ਰੱਖੇ, ਅਸੀਂ ਇਹਦਾ ਇਸਤੇਮਾਲ ਨਾ ਕੀਤਾ, ਆਪਣੇ ਬੱਚਿਆਂ ਨੂੰ ਨਵੀਆਂ ਖੋਜਾਂ, ਨਵੀਂ ਟੈਕਨੋਲੋਜੀ ਦੇ ਨਾਲ ਨਾ ਜੋੜਿਆ, ਤਾਂ ਸ਼ੇਰਨੀ ਦਾ ਦੁੱਧ ਨਹੀਂ ਹੈਗਾ ਇਹ ਤਾਂ ਫਿਰ ਨੌਕਰੀ ਕਰਨ ਜੋਗਾ ਸਵਾਰਥ ਦਾ ਦੁੱਧ ਬਣਾ ਕੇ ਰੱਖ ਦਿੱਤਾ। ਇਸ ਕਰਕੇ ਅਗਰ ਤੁਸੀਂ ਸਮਾਜਿਕ ਚਿੰਤਕ ਬਣੋ, ਔਰਤਾਂ ਦੀ ਕੀ ਡਿਊਟੀ ਹੈ। ਅਸੀਂ ਅੱਜ ਜਿਹੜਾ ਆ ਉਹ ਡਾਕਟਰ BR ਅੰਬੇਡਕਰ ਪਾਰਕ ਦੇ ਵਿੱਚ ਅਸੀਂ ਇਹ ਸ਼ੁਰੂਆਤ ਕੀਤੀ ਆ ਬਈ ਜੇ ਕ੍ਰਾਂਤੀ ਲਿਆਉਣੀ ਆ ਤੇ ਔਰਤ ਨੂੰ ਜਗਾਉਣਾ ਪਊਗਾ। ਔਰਤ ਆਪਣੇ ਘਰ ਵਾਲੇ ਪੜ੍ਹੇ ਲਿਖੇ ਨੂੰ ਕਹੇ ਬਈ ਅੱਜ ਜੋਤੀ ਰਾਓ ਫੂਲੇ ਦਾ ਜਨਮ ਦਿਨ ਹੈ, ਅੱਜ ਜੋਤੀ ਰਾਓ ਫੂਲੇ ਦਾ ਪ੍ਰੀ ਨਿਰਵਾਣ ਦਿਵਸ ਹੈ, ਅੱਜ ਜਿਹੜਾ ਆ ਮਾਤਾ ਸਵਿਤਰੀ ਬਾਈ ਫੂਲੇ ਦਾ ਜਨਮ ਦਿਨ ਹੈ, ਅੱਜ ਮਾਤਾ ਸਵਿਤਰੀ ਬਾਈ ਫੂਲੇ ਦਾ ਪ੍ਰੀ ਨਿਰਵਾਣ ਦਿਵਸ ਹੈ, ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 6 ਦਸੰਬਰ ਆਉਣ ਵਾਲਾ। ਤੁਸੀਂ ਜਿਹੜਾ ਉਹਦੇ ਲਈ ਕੁਝ ਕਰੋ, ਲੋਕਾਂ ਨੂੰ ਜਗਾਓ। ਜੇ ਤੁਸੀਂ ਪੜ੍ਹੇ ਆ, ਇਹ
1950 ਤੋਂ ਪਹਿਲਾਂ ਪੜ੍ਹ ਕੇ ਤਾਂ ਦੇਖੋ ਵੀ ਕੋਈ ਆਪਣੇ ਸਮਾਜ 'ਚੋਂ ਚੌਕੀਦਾਰ ਵੀ ਸੀਗਾ। ਬਿਲਕੁਲ। ਇਸ ਕਰਕੇ ਅੱਜ ਜਿਹੜਾ ਔਰਤ ਆ ਉਹਦੀ ਜ਼ਿਆਦਾ ਜ਼ਿੰਮੇਵਾਰੀ ਆ, ਕਿਉਂਕਿ ਔਰਤ ਜਿਹੜੀ ਹੈ ਇਹ ਬਾਬਾ ਸਾਹਿਬ ਨੇ ਔਰ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਇਹੀ ਕਿਹਾ ਸੀ ਕਿ ਜੇ ਇੱਕ ਔਰਤ ਪੜ੍ਹਦੀ ਹੈ, ਇੱਕ ਕੁੜੀ ਪੜ੍ਹਦੀ ਹੈ, ਸਮਝ ਲਓ ਪਰਿਵਾਰ ਪੜ੍ਹਦਾ। ਕਿਉਂਕਿ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਔਰਤ ਨੂੰ ਕਿਉਂ ਪੜ੍ਹਾਇਆ? ਔਰਤ ਕੋਲ ਸਮਾਂ ਹੁੰਦਾ ਔਰ ਉਹ ਜ਼ਿਆਦਾ ਲੋਕਾਂ 'ਚ ਵਿਚਰ ਕੇ ਜਿਹੜਾ ਆ ਉਹ ਕ੍ਰਾਂਤੀ ਦਾ ਹਿੱਸਾ ਬਣ ਸਕਦੀ ਆ। ਮਰਦ ਜਿਹੜਾ ਹੁੰਦਾ ਉਹਨੇ ਕਮਾਈ ਕਰਨੀ ਹੁੰਦੀ, ਘਰ ਚਲਾਉਣਾ ਹੁੰਦਾ। ਇਸੇ ਕਰਕੇ ਜਿਹੜਾ ਆ ਅੱਜ ਸਾਨੂੰ ਸਭ ਤੋਂ ਜ਼ਿਆਦਾ ਔਰਤ ਨੂੰ ਜਗਾਉਣ ਦੀ ਲੋੜ ਆ। ਜਿੰਨੇ ਸਾਡੀ ਇਹ ਵਿਚਾਰ ਚਰਚਾ ਦੇਖ ਰਹੇ ਸਾਡੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਦਰਸ਼ਕ ਆ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਅਗਰ ਤੁਸੀਂ ਪੁਰਖਿਆਂ ਦੇ ਇਤਿਹਾਸ ਨੂੰ ਬਚਾਉਣ ਦਾ ਹਿੱਸਾ ਬਣਨਾ ਚਾਹੁੰਦੇ ਆ ਤਾਂ ਔਰਤ ਨੂੰ ਔਰ ਆਪਣੀ ਜ਼ਿੰਮੇਵਾਰੀ ਨੂੰ, ਕਿਉਂਕਿ ਬਿਨਾਂ ਸੰਘਰਸ਼ ਦੇ, ਬਿਨਾਂ ਪੇ ਬੈਕ ਟੂ ਸੁਸਾਇਟੀ ਦੇ ਅੰਦੋਲਨ ਕਾਮਯਾਬ ਨਹੀਂ ਹੁੰਦੇ। ਜੇ ਬਹੁਜਨ ਅੰਦੋਲਨ ਨੂੰ ਕਾਮਯਾਬ ਕੀਤਾ ਮਾਨੇਵਰ ਸਾਹਿਬ ਕਾਂਸ਼ੀ ਰਾਮ ਨੇ, ਤੇ ਪੜ੍ਹੇ ਲਿਖੇ ਲੋਕਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਬਾਂਬ ਸੇਪ DS4 ਤੇ BSP ਇਹ ਬਣਾ ਕੇ ਐਡੇ ਐਡੇ ਬੈਂਕ ਦੇ ਤੇ ਉਹ ਪੇ ਬੈਕ ਟੂ ਦਾ ਸੁਸਾਇਟੀ ਉਹ ਜਿਹੜਾ ਹੋਈ ਆ, ਤਾਂ ਹੀ ਅੰਦੋਲਨ ਖੜਾ ਹੋਇਆ। ਜੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਦਾ ਸਿਸਟਮ ਚਲਾਇਆ ਸੀ ਪੇ ਬੈਕ ਟੂ ਦਾ ਸੁਸਾਇਟੀ ਕਰਨ ਵਾਸਤੇ, ਪ੍ਰਚਾਰ ਦਾ ਪ੍ਰਚਾਰ ਤੇ ਫੰਡਿੰਗ ਦਾ ਫੰਡਿੰਗ, ਜਿਉਂ ਜਿੱਥੇ ਜਾਂਦੇ ਸੀ ਜੀ ਉਹ ਪ੍ਰਚਾਰ ਕਰਦੇ ਸੀ, ਉੱਥੋਂ ਫੰਡ ਮਿਲਦਾ ਸੀ। ਪ੍ਰਚਾਰ ਨਾਲ ਜਿਹੜਾ ਆ ਉਹ ਮੂਵਮੈਂਟਾਂ ਖੜੀਆਂ ਹੁੰਦੀਆਂ। ਕਿਤਾਬਾਂ ਦਾ ਅੰਤ ਕੋਈ ਨਹੀਂ। ਅੱਜ ਇੰਨੀਆਂ ਲਿਖਤਾਂ ਸਾਡੇ ਸਾਹਮਣੇ ਜਿਹੜੇ ਚਿੰਤਕ ਆ ਉਹ ਲਿਆ ਕੇ ਕਿਤਾਬਾਂ ਦੇ ਰਹੇ ਆ। ਉਹਨਾਂ ਦਾ ਲਿਟਰੇਚਰ ਦਾ ਫਾਇਦਾ ਹੈ, ਪਰ ਜੇਕਰ ਤੁਸੀਂ ਉਹਨਾਂ ਨੂੰ ਵਿਵਹਾਰ ਦੇ ਵਿੱਚ ਅੰਦੋਲਨ ਦਾ ਹਿੱਸਾ ਬਣਾਉਣ 'ਚ ਕਾਮਯਾਬ ਨਾ ਹੋਏ, ਮਜ਼ਬੂਤ ਸੰਗਠਨ ਤੋਂ ਬਗੈਰ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ। ਬਿਲਕੁਲ ਬਿਲਕੁਲ ਬਿਲਕੁਲ। ਬਾਹ ਨਾਲ ਨਹੀਂ, ਮਨ ਦੀ ਮਨੋਬਲ ਦੇ ਨਾਲ ਤੁਸੀਂ ਆਪਣਾ ਜਿਹੜਾ ਦੇਖੋ, ਇਹ ਹਜੇ ਸਾਨੂੰ ਅਕਲ ਨਹੀਂ ਆਈ, ਲੇਕਿਨ ਫਿਰ ਵੀ ਅਕਲ ਦਾ ਦਾਨ, ਮੱਤ ਦਾ ਦਾਨ ਕਰਨਾ ਸਾਡੇ ਪੁਰਖੇ ਨੇ ਸਿਖਾਇਆ। ਐਵੇਂ ਨਹੀਂ ਉਹਨੂੰ ਕਿਹਾ ਔਰ ਤਾਕਤ ਦਿੱਤੀ ਹੈ। ਹਾਂ, ਐਵੇਂ ਨਹੀਂ ਉਹਨੂੰ ਕਿਹਾ। ਨੈਕਸਲ ਮੰਡੇਲਾ ਕਹਿੰਦਾ ਜੇ ਭਾਰਤ ਦੇ ਵਿੱਚੋਂ ਕੋਈ ਲੈਣ ਯੋਗ ਚੀਜ਼ ਹੈ ਤਾਂ ਉਹ ਭਾਰਤੀਏ ਸੰਵਿਧਾਨ ਹੈ। ਔਰ ਓਬਾਮਾ ਕਹਿੰਦਾ ਜੇ ਸਾਡੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਇੰਨੇ ਸਟੂਡੈਂਟ ਗਏ ਆ, 250 ਸਾਲ ਦੇ ਵਿੱਚ ਇੰਨਾ ਜਾਣੀ ਜਿਹੜਾ ਆ ਪੜ੍ਹਿਆ ਲਿਖਿਆ ਵਿਦਵਾਨ ਜਿਹੜਾ ਹਰ ਖੇਤਰ ਦੇ ਵਿੱਚ, ਚਾਹੇ ਉਹ ਟੈਕਨੋਲੋਜੀ ਆ, ਚਾਹੇ ਉਹ ਅਰਥ ਵਿਵਸਥਾ ਆ, ਚਾਹੇ ਉਹ ਸ੍ਰਿਸ਼ਟੀ ਜਿਹੜੀ ਡੈਮਾਂ ਨੂੰ ਕੰਟਰੋਲ ਕਰਨ ਦੀ ਪਾਵਰ ਆ, ਖਾਨਾਂ ਨੂੰ ਕੰਟਰੋਲ ਕਰਨ ਦੀ ਪਾਵਰ ਆ, ਮਨੁੱਖ ਨੂੰ ਕੰਟਰੋਲ ਕਰਨ ਦੀ ਪਾਵਰ ਆ, ਉਹ ਪਾਵਰ ਦਾ ਮਾਲਕ ਸਾਡੀ ਯੂਨੀਵਰਸਿਟੀ 'ਚ ਪੜ੍ਹ ਕੇ ਗਿਆ। ਜੇ ਉਹ ਸਾਡੇ ਕਿਤੇ ਅਮਰੀਕਾ 'ਚ ਪੈਦਾ ਹੁੰਦਾ, ਅਸੀਂ ਉਹਨੂੰ ਸੂਰਜ ਕਹਿੰਦੇ। ਉਹ ਸੂਰਜ ਜਿਹਨੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਰੌਸ਼ਨੀ ਵੰਡੀ ਹੈ। ਔਰ ਸਾਨੂੰ ਕੀ ਦਿੱਤਾ ਕਿ ਲੋਕਾਂ ਨੂੰ ਪਾਵਰ ਦਿੱਤੀ ਆ। ਅੱਜ ਕੀ ਹੈ, ਜਦੋਂ ਅਸੀਂ ਅਜੋਕੇ ਸਮੇਂ 'ਤੇ ਦੇਖਦੇ ਹਾਂ ਤਾਂ ਉਸ ਪਾਵਰ ਜਿਹੜੀ ਦਿੱਤੀ ਸੀ, ਤਾਂ ਉਹਨੂੰ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਸੀ ਕਿ ਜਿਹਨੇ ਵੋਟ ਵੇਚੀ ਉਹਨੇ ਆਪਣੀ ਭੈਣ ਵੇਚਤੀ, ਉਹਨੇ ਆਪਣੀ ਮਾਂ ਵੇਚ ਦਿੱਤੀ। ਇਸ ਕਰਕੇ ਜਿਹੜੀ ਵੋਟ ਆ ਇਹ ਤੁਹਾਨੂੰ ਆਪਣੀ ਹਕੂਮਤ ਲੈਣ ਵਾਸਤੇ ਜਿਹੜੀ ਹੈ ਉਹ ਬਾਬਾ ਸਾਹਿਬ ਨੇ ਦਿੱਤੀ ਆ, ਤੇ ਇਹਨੂੰ ਵੇਚਣਾ ਨਹੀਂ। ਤੇ ਜਿਹੜੀ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਸੀ ਜਿਹੜੀ ਵੀ ਰਾਜਨੀਤਿਕ ਪਾਰਟੀ ਆ ਉਹ ਪਰਚੀ ਕੋਈ ਵੇਚਣ ਵਾਲੀ ਥੋੜ੍ਹਾ ਹੁੰਦੀ ਹੈ। ਟਿਕਟ ਉਹ ਜਿਹੜੀਆਂ ਵੇਚਦੇ ਆ ਕਰੋੜਾਂ ਦੇ ਵਿੱਚ, ਅਗਰ ਉਹ ਕਰੋੜਾਂ 'ਚ ਟਿਕਟ ਵਿਕਦੀ ਆ ਤੇ ਉਹ ਗਾਹਾਂ ਜਿਹੜਾ ਆ ਉਹ ਵੋਟਰਾਂ ਨੂੰ ਖਰੀਦ ਕੇ ਜਿੱਤੇਗਾ ਤਾਂ ਉਹ ਤੁਹਾਡਾ ਭਲਾ ਨਹੀਂ ਕਰ ਸਕਦਾ। ਇਸ ਕਰਕੇ ਜਿਹੜਾ ਆ ਇਹ ਲੋਕਤੰਤਰ ਲੋਕਾਂ ਦਾ ਸੀ। ਲੋਕਾਂ ਨੇ ਕੀ ਆ, ਜਦੋਂ ਆਪਾਂ ਗੁਰਦੁਆਰੇ 'ਚ ਹੁਣ ਪ੍ਰਧਾਨ ਚੁਣੀਦਾ ਤਾਂ ਉੱਥੇ ਪੈਸੇ ਲੱਗਦੇ ਆ, ਸਿਰਫ ਮੱਤ ਪੁੱਛੀਦੀ, ਹਾਂ ਜੀ ਦੱਸੋ ਕਿਹਨੂੰ ਬਣਾਉਣਾ, ਕਿਹਨੂੰ ਬਣਾਈਏ, ਕੌਣ ਕੰਮ ਕਰ ਸਕਦਾ, ਉਹ ਚੱਕ ਕੇ ਆਪਾਂ ਉਹਨੂੰ ਸੇਵਾਦਾਰ ਮੋਹਰੇ ਲਾ ਦਈਦਾ। ਇੱਦਾਂ ਹੀ ਜਿਹੜਾ ਲੋਕਤੰਤਰ ਆ, ਇਹ ਨੁਮਾਇੰਦੇ ਜਿਹੜੇ ਆ ਇਹਨਾਂ ਨੇ, ਕਿਉਂਕਿ ਜੇ ਦੁੱਖ ਤੁਹਾਡਾ ਆ ਤੇ ਇਹਦਾ ਤੁਹਾਨੂੰ ਦੂਰ ਕਰਨਾ ਪੈਣਾ। ਬੁੱਧਾ ਨੇ ਕਿਹਾ ਸੀ ਨਾ ਬਈ ਦੁੱਖ ਦਾ ਕਾਰਨ ਵੀ ਆ। ਆਪਾਂ ਨੂੰ ਦੁੱਖ ਦਾ ਜਿਹੜਾ ਕਾਰਨ ਤੇ ਨਿਵਾਰਨ ਉਹ ਨੁਮਾਇੰਦੇ ਚੁਣ ਕੇ ਭੇਜਣ ਦਾ ਫਾਰਮੂਲਾ ਬਾਬਾ ਸਾਹਿਬ ਨੇ ਪਾਰਲੀਮੈਂਟ ਤੇ ਵਿਧਾਨ ਸਭਾ 'ਚ ਦਿੱਤਾ।
ਵੀ ਇਸ ਕਰਕੇ ਅੱਜ ਜਿਹੜਾ ਆ ਇਹ ਇੱਕ ਗੱਲ ਹੋਰ ਕਿ ਲੋਕ ਇਤਿਹਾਸ ਨਹੀਂ ਜਾਣਦੇ। ਮੈਂ ਵੀ ਥੋੜ੍ਹਾ ਥੋੜ੍ਹਾ ਹੁਣ ਪੜ੍ਹਿਆ, ਜਦੋਂ ਮੈਂ ਪੜ੍ਹਾਈ ਕਰਦਾ ਸੀ ਉਦੋਂ ਨਹੀਂ ਇੰਨਾ ਪੜ੍ਹਿਆ। ਹੁਣ ਪਤਾ ਲੱਗਦਾ ਕਿ ਜਾਂ ਤਾਂ ਡੈਮੋਕ੍ਰੇਸੀ ਜਿਹੜੀ ਹੈ ਉਹ ਤਥਾਗਤ ਬੁੱਧਾ ਨੇ ਰਾਜਿਆਂ ਨੂੰ ਮਨ ਦੇ ਬਲ ਦੇ ਨਾਲ ਇੰਨਾ ਜਿੱਤਿਆ ਕਿ ਸਾਰੇ ਜਿਹੜੇ ਆ ਉਹ ਚਾਹੇ ਵਿਸ਼ਾਲੀ ਦਾ ਰਾਜਾ, ਅੰਗ ਦਾ ਰਾਜਾ, ਮਗਧ ਦਾ ਰਾਜਾ, ਇਹ ਜਿਹੜਾ ਪੂਰਾ ਭਾਰਤ ਆ 22 ਜਨਪਦਾਂ ਦੇ ਵਿੱਚ ਵੰਡਿਆ ਹੋਇਆ ਸੀ, ਉਹ ਪੂਰੇ ਭਾਰਤ ਦੇ ਵਿੱਚ ਅਸ਼ੋਕ ਨੂੰ ਇੱਕ ਬੁੱਧ ਨੇ ਜਦੋਂ ਜਿਹੜਾ ਆ ਭਿਕਸ਼ੂ ਨੇ ਦੱਸਿਆ ਬਈ ਅਸਲੀ ਜਿਹੜਾ ਜਿੱਤਿਆ ਉਹ ਡੌਲਿਆਂ ਦੇ ਨਾਲ, ਕਿਰਪਾਨਾਂ ਨਾਲ, ਬੰਦੇ ਮਾਰ ਮਾਰ ਕੇ ਜਿੱਤਣ ਨੂੰ ਇਹ ਜਿੱਤ ਨਹੀਂ ਕਹਿੰਦੇ। ਮਨ ਦੇ ਉੱਤੇ ਅਗਰ ਜੇ ਤੁਸੀਂ ਜਿੱਤ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ, ਉਹਨਾਂ ਦੇ ਮਨ ਦੇ ਉੱਤੇ ਜਿਹੜਾ ਰਾਜ ਕਰੋ ਔਰ ਮਨ ਨੂੰ ਜਿੱਤੋ ਔਰ ਹਰੇਕ ਦੇ ਕੰਮ ਆਓ, ਕਲਿਆਣਕਾਰੀ ਤਦੀ ਤਾਂ ਉਹ ਜਿਹੜਾ ਅਸ਼ੋਕ ਸਮਰਾਟ ਜਿਹੜਾ ਆ ਉਹਨੂੰ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਅੱਜ ਉਹਦੇ ਜਾਣਿਆ ਜਾਂਦਾ ਔਰ ਉਹਨੇ ਆਪਣੇ ਪੂਰੇ ਭਾਰਤ ਨੂੰ ਜਿੱਤਣ ਤੋਂ ਬਾਅਦ ਬੁੱਧ ਮਾਰਗ ਨੂੰ ਵਿਦੇਸ਼ਾਂ 'ਚ ਵੀ ਫੈਲਾਇਆ। ਅਤੇ ਇਹ ਜਿਹੜਾ ਜਦੋਂ ਸਾਨੂੰ ਆਜ਼ਾਦੀ ਮਿਲਦੀ ਆ, ਮਨੂਵਾਦੀਆਂ ਦੇ ਵਿਰੋਧ ਦੇ ਬਾਵਜੂਦ ਵੀ ਅਸ਼ੋਕ ਚੱਕਰ ਤਿਰੰਗੇ 'ਚ ਪਾਇਆ ਔਰ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਤਥਾਗਤ ਬੁੱਧਾ ਦਾ ਸਟੈਚੂ ਲੱਗਾ ਹੋਇਆ। ਅਤੇ ਬਾਹਰੋਂ ਲੋਕ ਜਦੋਂ ਆਉਂਦੇ ਆ ਉਹਨਾਂ ਨੂੰ ਇਹ ਸਾਬਤ ਕਰਦੇ ਆ ਵੀ ਅਸੀਂ ਬੁੱਧ ਦੇ ਫਾਲੋਅਰ ਆ। ਬੇਸ਼ੱਕ ਸੰਵਿਧਾਨ ਅਤੇ ਬੁੱਧ ਦਾ ਉੱਦਾਂ ਵਿਰੋਧ ਕਰਦੇ ਆ। ਬਿਲਕੁਲ। ਇਸ ਕਰਕੇ ਸਾਨੂੰ ਇਹ ਅੱਜ ਸਿੱਖਿਆ ਲੈਣ ਦੀ ਲੋੜ ਆ। ਲਾਸਟ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਮੈਂ ਇਹ ਧੰਨਵਾਦ ਕਰਦਾ ਜਿਹੜੇ ਦੇਖ ਰਹੇ ਆ, ਸਵਾਗਤ ਵੀ ਕਰਦਾ ਔਰ ਇਹ ਅਪੀਲ ਕਰਦਾ ਕਿ ਆਪਾਂ ਜਿਹੜਾ ਕਿਤੇ ਜਿਹੜਾ ਆ ਉਹ ਆਪਣੇ ਮਹਾਂਪੁਰਸ਼ਾਂ ਨੂੰ ਉੱਦਾਂ ਹੀ ਨਾ ਯਾਦ ਕਰਦੇ ਰਹੀਏ, ਉਹਨਾਂ ਦੇ ਰਸਤੇ 'ਤੇ ਚੱਲ ਕੇ, ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਇਹ ਜਿਹੜਾ ਕਾਰਮਾ ਮੈਂ ਇੱਥੋਂ ਤੱਕ ਦੁੱਖਾਂ ਤਕਲੀਫਾਂ ਨਾਲ ਲੈ ਕੇ ਆਇਆ, ਮੇਰੇ ਪੈਰੋਕਾਰ ਇਹਨੂੰ ਅੱਗੇ ਲੈ ਕੇ ਜਾਣ। ਅੱਗੇ ਲੈ ਕੇ ਜਾਣ ਦਾ ਮਤਲਬ ਇੱਕੋ ਹੀ ਇੱਕ ਹੱਲ ਆ ਬਈ ਉਹਨਾਂ ਦੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਦੱਬ ਕੇ ਹੋਣਾ ਚਾਹੀਦਾ। ਕਿਉਂਕਿ ਜੇ ਅੰਧ ਵਿਸ਼ਵਾਸ ਨੂੰ ਪੂਰੇ ਵਿਸ਼ਵਾਸ ਨਾਲ ਉਹ ਸਾਡੇ ਲੋਕਾਂ ਦੇ ਮਨਾਂ ਵਿੱਚ ਪਾ ਦਿੱਤਾ ਗਿਆ ਅਤੇ ਉਹ ਅੱਜ ਉਹਨਾਂ ਨੂੰ ਤਿਉਹਾਰਾਂ ਦੇ ਰੂਪ ਵਿੱਚ ਅੰਧ ਵਿਸ਼ਵਾਸ ਨੂੰ ਸੈਲੀਬ੍ਰੇਟ ਕਰ ਰਹੇ ਆ। ਅਤੇ ਅਸੀਂ ਯਾਰ ਗਿਆਨ ਦਾ ਧੰਮ ਦਾ ਰਾਹ ਅਸੀਂ ਲੋਕਾਂ ਦਾ ਧੰਮ ਨਹੀਂ ਬਣਾ ਸਕੇ, ਲੋਕਾਂ ਦਾ ਧੰਮ ਆ ਇਹ। ਕਿਉਂਕਿ ਹਰੇਕ ਲੋਕਾਂ ਨੂੰ ਜਗਾਉਣ ਦਾ ਜਿਹੜਾ ਆ, ਲੋਕ ਦੀਵਾ ਜਦੋਂ ਜਗਣਾ ਆ ਉਹ ਰੌਸ਼ਨੀ ਕਿੰਨੀ ਕਰਦਾ, ਅਤੇ ਉਹਦੇ ਨਾਲ ਜੇ ਦੀਵੇ ਜਗਾਓ ਤਾਂ ਜਦੋਂ ਲੜੀ ਬਣ ਜਾਂਦੀ ਆ ਕਿੰਨੀ ਰੌਸ਼ਨੀ ਹੁੰਦੀ ਹੈ। ਇਸ ਕਰਕੇ ਜਿਹੜਾ ਆ ਸਾਨੂੰ ਅੱਜ ਅੰਧ ਵਿਸ਼ਵਾਸ ਦਾ ਮੁਕਾਬਲਾ ਕਰਨ ਲਈ ਵਿਸ਼ਵਾਸ ਵਾਲੀ ਮੂਵਮੈਂਟ ਖੜੀ ਕਰਨੀ ਹੋਏਗੀ। ਅਸੀਂ ਉਹਨਾਂ ਦਾ ਚਰਚਾ ਕਰਦੇ ਰਹਿੰਦੇ ਹਾਂ, ਦੇਖੋ ਜੀ ਆਹ ਤਿਉਹਾਰ ਸਾਡਾ ਨਹੀਂ, ਆਹ ਤਿਉਹਾਰ ਸਾਡਾ ਨਹੀਂ। ਸਾਨੂੰ ਇਹ ਚਰਚਾ ਬੰਦ ਕਰ ਦੇਣੀ ਚਾਹੀਦੀ ਆ। ਜਿਹੜਾ ਸਾਡਾ ਤਿਉਹਾਰ ਆ ਉਹਦੇ ਬਾਰੇ ਦੱਸਣਾ ਚਾਹੀਦਾ। ਕਿਉਂਕਿ ਸਾਹਿਬ ਕਾਂਸ਼ੀ ਰਾਮ ਨੇ ਜੇ ਸ਼ਾਹੂ ਮੇਲੇ ਲਾਉਣੇ ਸ਼ੁਰੂ ਕੀਤੇ, ਪੈਰੀਅਰ ਮੇਲੇ ਲਾਉਣੇ ਸ਼ੁਰੂ ਕੀਤੇ, ਰਾਸ਼ਟਰਪਿਤਾ ਜੋਤੀਰਾਓ ਫੂਲੇ ਦੇ ਦਿਨ ਮਨਾਉਣੇ ਸ਼ੁਰੂ ਕੀਤੇ, ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਐਡੀਆਂ ਯੂਨੀਵਰਸਿਟੀਆਂ ਖੜੀਆਂ ਕੀਤੀਆਂ, ਅਤੇ ਸਾਨੂੰ ਵੀ ਅਸੀਂ ਵੀ ਮਾੜੀ ਜੀ ਜਿਹੜੀ ਹੈ ਉਹ ਲੋਕਾਂ ਨੇ ਪਾਵਰ ਦਿੱਤੀ ਸੀ ਤਾਂ ਲੋਕਾਂ ਨੂੰ ਉਹ ਛੋਟੀ ਜਿਹੀ ਪਾਵਰ ਨਾਲ ਐਡਾ ਵੱਡਾ ਅੱਜ ਵਿਸ਼ਵ ਦੇ ਵਿੱਚ ਡਾਕਟਰ BR ਅੰਬੇਡਕਰ ਦਾ ਨਾਂ ਜਿਹੜਾ ਪਾਰਕ ਦਾ, ਅਤੇ ਉੱਥੇ ਜਿੰਨੇ ਵੀ ਇਹ ਆਪਾਂ ਨਾਂ ਲੈਂਦੇ ਆ ਉਹਨਾਂ ਮਹਾਂਪੁਰਸ਼ਾਂ ਦੇ ਸਟੈਚੂ ਲੱਗੇ ਆ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਇਹ ਤੋਂ ਕੁਛ ਪ੍ਰੇਰਨਾ ਲੈ ਕੇ ਧੰਮ ਨੂੰ ਫੈਲਾਉਣ ਦੇ ਵਿੱਚ ਸਹਾਈ ਹੋਣ। ਔਰ ਅੱਜ ਜਿੱਥੇ ਜਿੱਥੇ ਅਸੀਂ ਅਪੀਲ ਕਰਦੇ ਹਾਂ ਉੱਥੇ ਧੰਨਵਾਦ ਵੀ ਕਰਦੇ ਹਾਂ NRI ਭਰਾਵਾਂ ਦਾ, ਜਿਨ੍ਹਾਂ ਨੇ ਉਹ ਐਡਾ ਵੱਡਾ ਜਿਹੜਾ ਆ ਇਤਿਹਾਸਕ ਸਥਾਨ ਬਣਾਉਣ ਦੇ ਵਿੱਚ ਯੋਗਦਾਨ ਪਾਇਆ। ਅੱਜ ਉੱਥੇ ਫ੍ਰੀ ਜਿਹੜੇ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਆ। ਆਈਲੈਟ ਦੀ ਵਿੱਦਿਆ ਜਿਹੜੀ 1 ਨਵੰਬਰ ਤੋਂ ਆਪਾਂ ਆਈਲੈਟ ਦੀ ਸਿੱਖਿਆ ਦੇਣੀ ਸ਼ੁਰੂ ਕਰਾਂਗੇ ਫ੍ਰੀ। ਔਰ ਇਹ ਸਾਰਾ ਜਿਹੜਾ ਆ ਇਹ ਪੇ ਬੈਕ ਟੂ ਦਾ ਸੁਸਾਇਟੀ ਕਰਨ ਵਾਲੇ, ਗਾਮ ਸੇਵ ਦਾ ਰੋਲ ਕਰਨ ਵਾਲੇ NRI ਭਰਾਵਾਂ ਦਾ ਪੂਰਾ ਰੋਲ ਆ। ਅਤੇ ਅਸੀਂ ਵੀ ਇਹੀ ਆ ਬਈ ਕਿਸੇ ਦੀ ਮਿਹਨਤ ਦਾ ਜਿਹੜਾ ਪੈਸਾ ਉਹ ਮੂਵਮੈਂਟ 'ਤੇ ਲੱਗੇ। ਇਹ ਨਾ ਹੋਵੇ ਬਈ ਜਾਣੀ ਕੋਈ ਹਿਸਾਬ ਨਾ ਹੋਵੇ, ਕੋਈ ਕਿਤਾਬ ਨਾ ਹੋਵੇ, ਅਤੇ ਆਪਣਾ ਜਿਹੜਾ ਉਹ ਇੱਕ ਪਾਸੇ ਕੁਛ ਬਣਦਾ ਨਜ਼ਰ ਆਈ ਜਾਵੇ। ਜਿਸ ਕੰਮ ਵਾਸਤੇ ਮੂਵਮੈਂਟ 'ਤੇ ਪੈਸਾ ਆਉਂਦਾ ਉਹ ਨਜ਼ਰ ਹੀ ਨਾ ਆਵੇ। ਰਿਜ਼ਲਟ ਬੋਲਣੇ ਚਾਹੀਦੇ ਆ, ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣੇ ਚਾਹੀਦੇ ਆ। ਇਹ ਜਿਹੜੀ ਹੈ ਮਤਲਬ
ਆਪਾਂ ਅੱਜ ਦਾ ਚਰਚਾ ਕਰਨ ਦਾ ਸਾਡਾ ਮੇਨ ਮਕਸਦ ਹੀ ਇਹ ਆ ਵੀ ਆਪਣੇ ਮਹਾਂਪੁਰਸ਼ਾਂ ਦੇ ਨਾਂ 'ਤੇ ਜਿਹੜਾ ਕਲਚਰਲ ਰੈਵੋਲੂਸ਼ਨ ਲਿਆਉਣ ਦੇ ਵਿੱਚ, ਕਿਉਂਕਿ ਜੇ ਅੱਜ ਮਨੂਵਾਦ ਜੀਂਦਾ ਤੇ ਸਾਡੀਆਂ ਔਰਤਾਂ ਦਾ ਵੱਡਮੁੱਲਾ ਉਹ 'ਚ ਯੋਗਦਾਨ ਆ। ਉਹਨਾਂ ਦਾ ਜਿਹੜਾ ਉਹਨਾਂ ਦਾ ਧਿਆਨ ਕਨਵਰਟ ਕਰਨ ਦੇ ਲਈ ਆਪਣੇ ਪੁਰਖਿਆਂ ਦੇ ਜਿਹੜੇ ਤਿਉਹਾਰ ਆ ਉਹ ਮਨਾਉਣ ਵਿੱਚ ਆਪਾਂ ਜਿਹੜਾ ਆ ਉਹ ਉਹਨਾਂ ਦਾ ਧਿਆਨ ਲਾਈਏ, ਉਹਨਾਂ ਨੂੰ ਇੱਧਰਲੇ ਪਾਸੇ ਲਾਈਏ, ਤਾਂ ਫਿਰ ਜਿਹੜਾ ਸਾਡਾ ਅਸਫਲਤਾ ਸਾਡੀ ਕੋਈ ਰੋਕ ਨਹੀਂ ਸਕਦਾ। ਬਿਲਕੁਲ ਜੀ। ਅਸੀਂ ਚਰਚਾ ਕਰ ਰਹੇ ਸੀ ਅੱਜ ਜੋਤੀਰਾਓ ਫੂਲੇ, ਕ੍ਰਾਂਤੀ ਜੋਤ ਮਾਤਾ ਸਾਵਿਤਰੀ ਬਾਈ ਫੂਲੇ, ਉਹਨਾਂ ਨੂੰ ਯਾਦ ਕਰਦੇ ਹਾਂ। ਔਰ ਨਵੰਬਰ ਦੀ 26 ਨਵੰਬਰ ਜਿਹੜੀ ਹੈ ਉਹ ਬੜਾ ਸਾਡੇ ਸਮਾਜ ਲਈ ਇਤਿਹਾਸਕ ਦਿਨ ਹੈ। ਜਿਸ ਸੰਵਿਧਾਨ ਦੇ ਤੌਰ 'ਤੇ ਅੱਜ ਦੇਸ਼ ਚੱਲ ਰਿਹਾ, ਜਿਹਦੇ ਕਰਕੇ ਅੱਜ ਲਤਾੜੇ ਹੋਏ ਸਮਾਜ ਨੂੰ ਅਧਿਕਾਰ ਮਿਲੇ ਆ, ਜਿਹਦੀ ਬਦੌਲਤ ਅੱਜ ਚੰਗਾ ਜੀਵਨ ਬਤੀਤ ਕਰ ਰਹੇ ਹਾਂ, ਉਹ ਦਿਨ ਵੀ ਆ ਰਿਹਾ। ਆਪਾਂ ਸਾਰਿਆਂ ਨੇ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਮਨਾਉਣਾ ਹੈ ਔਰ ਸੰਵਿਧਾਨ ਦੀ ਰਾਖੀ ਵੀ ਰੱਖਣੀ ਹੈ ਔਰ ਸਾਰੇ ਰਹਿਬਰਾਂ ਨੂੰ ਯਾਦ ਕਰਦੇ ਆ, ਉਹਨਾਂ ਨੂੰ ਮਿਸ਼ਨ ਨੂੰ ਅੱਗੇ ਵੀ ਲੈ ਕੇ ਜਾਣਾ। ਕੌਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕਾਂਸ਼ੀ ਟੀਵੀ ਦਾ, ਤੁਹਾਡੀ ਟੀਮ ਦਾ, ਜਿੰਨੇ ਵੀ ਸਾਡੇ ਦਰਸ਼ਕ ਵੀਰ ਦੇਖ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ। ਆਓ ਆਪਾਂ ਰਲ ਮਿਲ ਕੇ ਆਪਣੇ ਰਹਿਬਰਾਂ ਦੇ ਨਾਂ 'ਤੇ, ਜਿੱਦਾਂ ਆਪਾਂ ਸ਼ਾਹੂ ਮੇਲਾ ਲਾ ਕੇ ਐਕਸਪੈਰੀਮੈਂਟ ਕੀਤਾ ਔਰ ਹਜ਼ਾਰਾਂ ਬੀਬੀਆਂ ਜਿਹੜੀਆਂ ਔਰਤਾਂ ਲੜਕੀਆਂ ਨੇ ਉਹ 'ਚ ਭਾਗ ਲੈ ਕੇ ਉਹਨੂੰ ਬਹੁਤ ਸਫਲ ਬਣਾਇਆ। ਇਸੇ ਤਰ੍ਹਾਂ 2 ਦਿਨ ਦਾ ਮੇਲਾ ਜਿਹੜਾ ਸੀਗਾ ਉਹ 14 ਅਕਤੂਬਰ ਦਾ ਉਹ ਵੀ ਬੜਾ ਸਫਲ ਹੋਇਆ। ਅਤੇ ਆਓ ਆਪਣਾ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਰਿਹਾ, ਉਹਨੂੰ ਵੀ ਆਪਾਂ ਵੱਡੇ ਪੱਧਰ 'ਤੇ ਮਨਾਉਣ ਦਾ ਯਤਨ ਕਰੀਏ ਅਤੇ ਆਪਣੇ ਪੁਰਖਿਆਂ ਦੀ ਜਿਹੜੀ ਹੈ ਉਹ ਵਿਚਾਰਧਾਰਾ ਨੂੰ ਪ੍ਰਚੰਡ ਵਿਚਾਰਧਾਰਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਅਤੇ ਸਾਰਿਆਂ ਦਾ ਜੈ ਭੀਮ, ਜੈ ਭਾਰਤ, ਧੰਨਵਾਦ, ਨਮੋ ਬੁੱਧਾ, ਜੈ ਸੰਵਿਧਾਨ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਇਸੇ ਤਰੀਕੇ ਦੇ ਨਾਲ ਪਿਆਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਂਸ਼ੀ ਟੀਵੀ ਨੂੰ ਦਿੰਦੇ ਰਹਿਣਾ ਔਰ ਸਾਥ ਸਹਿਯੋਗ ਤੇ ਦੇਖਦੇ ਰਹਿਣਾ। ਬਹੁਤ ਧੰਨਵਾਦ ਜੀ। ਜੈ ਭੀਮ, ਜੈ ਗੁਰਦੇਵ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।